पग पंकज बंदन सिमरो अंगद दोख निकंदन। अमरदास गुर हृदय त्यामो, हृदय त्यामो। श्री गुरु रामदास गुण गावो, श्री अर्जन बिघ्नन के नासक, बिघ्नन के नासक। श्री हर गोबिंद शुभ सुमत प्रकाशक। श्री हर राय नमो कर जोरी, नमो कर जोरी। गुरु हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह बिसाला, तनो तरा पर पुन पुन, पुन पुन सीसा। बंदों बार बार जगदीशा, जिसमें है अमृत ज्ञान है, माणक भगत बैराग। श्री गुरु ग्रंथ साहिब उदत, बंदों कर अनुराग। एक ओंकार सतगुरु, तेह प्रसाद सच होए। वाहेगुरु जी की फतेह। विघ्न विनाशन सोए। सतनाम श्री वाहिगुरु साहिब जी। चौपाई। श्री अर्जन पोथी तब खोली, हेत लिखावन गिरा अमोली। प्रथम सिमर श्री नानक नामू, नमो कीन धर धर अभिरामू। श्री अर्जन पोथी तब खोली, हेत लिखावन गिरा अमोली। सच्चे पातशाह गरीब नवाज दीन दुनिया दे मालक, चबर छत्र तखत दे मालक, समरथ गुरु परतख गुरु, दीन दयाल कृपाल अंतरजामी पूਰਨ पार ब्रह्म परमेश्वर। वाहिगुरु अकाल पुरख स्वरूप सच्चे पातशाह दासां गरीबां सिखां सेवकां दी ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ। ਧੰਨ ਧੰਨ ਸੱਚੇ ਪਾਤਸ਼ਾਹ ਪੂਰਨ ਸਤਿਗੁਰੂ ਸੱਚੇ ਪਾਤਸ਼ਾਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦਾ ਹੀ ਰੂਪ ਗੁਰੂ ਪਿਆਰੀ ਖਾਲਸਾ ਸੰਗਤ ਜੀ ਆਪ ਜੀ ਬੜੇ ਹੀ ਪ੍ਰੇਮ ਦੇ ਨਾਲ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਬੈਠ ਕੇ
ਗੁਰਬਾਣੀ ਜੀ ਦਾ ਮਹਾਨ ਕੀਰਤਨ ਸਰਵਣ ਕਰ ਰਹੇ ਸੀਗੇ। ਕੁਝ ਸਮਾਂ ਆਪਾਂ ਮਹਾਰਾਜ ਜੀ ਦਾ ਜਸ, ਗੁਰੂ ਘਰ ਦਾ ਮਹਾਨ ਪਵਿੱਤਰ ਇਤਿਹਾਸ ਸਰਵਣ ਕਰਨਾ ਹੈ। ਆਬ ਹੋ ਭੈਣੇ ਗੱਲ ਮਿਲ ਹੈ, ਅੰਕ ਸਹੇਲੜੀਆਂ, ਮਿਲ ਕੇ ਕਰਹਿ ਕਹਾਣੀਆਂ, ਸਮਰੱਥ ਕੰਤ ਕੀਆਂ। ਹਜੂਰ ਮਹਾਰਾਜ ਗਰੀਬ ਨਵਾਜ ਸਮਰੱਥ ਗੁਰੂ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਮਹਾਨ ਪਵਿੱਤਰ ਜਸ ਆਪਾਂ ਸਰਵਣ ਕਰਨਾ ਹੈ। ਪਿਆਰ ਦੇ ਨਾਲ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੀ ਬਖਸ਼ੀ ਹੋਈ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਜਗਤ ਦੇ ਜੀਵਾਂ ਦਾ ਭਾਵ ਸਾਡੇ ਸਾਰਿਆਂ ਦਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਹੁਤ ਵੱਡਾ ਭਲਾ ਕਰਦੇ ਹਨ, ਬਹੁਤ ਵੱਡਾ ਭਲਾ ਕਰ ਰਹੇ ਹਨ। ਆਪ ਜੀ ਨੇ ਸਰਵਣ ਕੀਤਾ ਸ੍ਰੀ ਰਾਮਸਰ ਸਾਹਿਬ ਜੀ ਦਾ ਜਿਹੜਾ ਤੀਰਥ ਹੈ, ਇਹ ਮਹਾਰਾਜ ਨੇ ਪ੍ਰਗਟ ਕੀਤਾ ਹੈ ਜੀ, ਕਿਉਂਕਿ ਆਪ ਜਾ ਕੇ ਉਸ ਸਥਾਨ ਨੂੰ ਲੱਭਿਆ ਹੈ। ਭਾਈ ਗੁਰਦਾਸ ਜੀ ਗੁਰੂ ਜੀ ਦੇ ਨਾਲ ਉੱਥੇ ਪੱਕੇ ਤੌਰ ਤੇ ਰਹਿ ਪਏ ਹਨ। ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਸਤਿਗੁਰੂ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਲਗਾਈ ਹੈ। ਬਾਬਾ ਜੀ ਨੂੰ ਇਹ ਆਖਿਆ, ਬਾਬਾ ਜੀ ਸੰਗਤਾਂ ਨੂੰ ਕੁਝ ਸਮਾਂ ਇਕਾਂਤ ਵਾਲੇ ਸਥਾਨ ਤੇ ਰਾਮਸਰ ਨਹੀਂ ਆਉਣ ਦੇਣਾ। ਸੰਗਤ ਨੂੰ ਹਰਿਮੰਦਰ ਸਾਹਿਬ ਬਿਠਾਓ ਔਰ ਸੰਗਤ ਨੂੰ ਇਹ ਸਾਡੇ ਵੱਲੋਂ ਦੱਸ ਦਿਓ, ਭਾਈ ਹਰਿਮੰਦਰ ਦੇ ਜਿਹੜੇ ਦਰਸ਼ਨ ਨੇ ਉਹ ਸਾਡੇ ਹੀ ਦਰਸ਼ਨ ਹਨ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ, ਇਸ ਲੁਕਾਈ ਮਾਤਰ ਤੇ ਗੁਰੂ ਅਰਜਨ ਦੇਵ ਜੀ ਨੇ ਬਹੁਤ ਵੱਡਾ ਭਲਾ ਕੀਤਾ ਹੈ। 2 ਦਾਤਾਂ ਉਹ ਝੋਲੀ ਵਿੱਚ ਪਾ ਕੇ ਗਏ ਹਨ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ ਹੈ। ਇੱਕ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰ ਗਏ, ਇੱਕ ਸ੍ਰੀ ਹਰਿਮੰਦਰ ਸਾਹਿਬ ਬਖਸ਼ਿਸ਼ ਕਰ ਗਏ ਜੀ। ਗੱਜ ਕੇ ਆਖੋ ਵਾਹਿਗੁਰੂ। ਹਜੂਰ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਬਹੁਤ ਸੰਗਤਾਂ ਦਾ ਭਲਾ ਸੋਚਿਆ ਮਹਾਰਾਜ ਨੇ। ਮਹਾਰਾਜ ਕਹਿਣ ਲੱਗੇ ਹਰਿਮੰਦਰ ਸਾਡੇ ਦਰਸ਼ਨਾਂ ਦੇ ਬਰਾਬਰ ਹੀ ਹੈ। ਹਰਿਮੰਦਰ ਦੇ ਦਰਸ਼ਨ ਬਾਬਾ ਜੀ ਸਾਡੀ ਜਗ੍ਹਾ, ਸਾਡੇ ਕਾਰਜ ਜਿਹੜੇ ਆ ਉਹ ਤੁਸਾਂ ਨੇ ਕਰਨੇ ਨੇ। ਗੱਜ ਕੇ ਆਖੋ ਵਾਹਿਗੁਰੂ। ਕਿੰਨਾ ਵੱਡਾ ਮਾਣ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਦਿੱਤਾ। ਆਪ ਮਹਾਰਾਜ ਫਿਰ ਸਾਧ ਸੰਗਤ ਜੀ ਰਾਮਸਰ ਸਾਹਿਬ ਅਸਥਾਨ ਤੇ ਟਿਕ ਗਏ। ਤੰਬੂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸੱਜ ਗਏ। ਪੋਥੀਆਂ ਸੁਭਾਏਮਾਨ ਕੀਤੀਆਂ ਗਈਆਂ ਨੇ। ਮਹਾਰਾਜ ਭਾਈ ਗੁਰਦਾਸ ਜੀ ਨੂੰ ਕਹਿ ਰਹੇ ਹਨ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਤੁਸੀਂ ਗੁਰੂ ਸਾਹਿਬਾਨ ਦੀ ਬਾਣੀ ਜਿਹੜੀ ਹੈ ਉਹ ਪਛਾਣ ਕੇ ਤੇ ਸਾਰੀ ਬਾਣੀ ਲਿਖ ਦਿਓ। ਕਹਿਣ ਲੱਗੇ ਸਾਡੇ ਰਹਿਤਨਾਮਿਆਂ ਦੇ ਬੋਲ ਹਨ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਆਖਿਆ, ਭਾਈ ਗੁਰਦਾਸ ਸਤਿਗੁਰ ਕੀ ਬਾਣੀ ਜੁਦਾ ਕਰੀਏ, ਮੀਨੇ ਪਾਣ ਲੱਗੇ ਨੇ ਰਲਾ, ਸੋ ਰਲਾ ਨਾ ਧਰੀਏ। ਭਾਈ ਗੁਰਦਾਸ ਜੀ ਨੇ ਸਤ ਬਚਨ ਕੀਤਾ ਜੀ, ਪਰ ਬੇਨਤੀ ਕੀਤੀ, ਮਹਾਰਾਜ ਮੈਨੂੰ ਕਿਵੇਂ ਪਤਾ ਲੱਗੂ ਕਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ, ਕਿਹੜੀ ਬਾਣੀ ਸ੍ਰੀ ਗੁਰੂ ਅਮਰਦਾਸ ਜੀ ਦੀ ਹੈ। ਸਤਿਗੁਰਾਂ ਬਾਰੇ ਕਿਵੇਂ ਪਤਾ ਲੱਗੇਗਾ? ਕਿਉਂ ਸਭ ਸ਼ਬਦਾਂ ਦੇ ਸੰਪੂਰਨਤਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਨਾਮ ਆਉਂਦਾ ਹੈ ਜੀ। ਮਹਾਰਾਜ ਨੇ ਭਾਈ ਗੁਰਦਾਸ ਜੀ ਨੂੰ ਵਰ ਦਿੱਤਾ ਜੀ, ਉੱਥੇ ਬਖਸ਼ਿਸ਼ ਕੀਤੀ। ਗੁਰੂ ਸਾਹਿਬ ਜਿਹਦੇ ਕੋਲੋਂ ਚਾਹਣ, ਜੋ ਮਰਜ਼ੀ ਚਾਹਣ ਉਹ ਕਰਾ ਸਕਦੇ ਹੈ। ਮਹਾਰਾਜ ਕਹਿਣ ਲੱਗੇ, ਭਾਈ ਗੁਰਦਾਸ ਜੀ ਬਾਲਕ ਬਾਹਰ ਖਲੋਤਾ ਹੈ, ਅੰਦਰ ਘਰ ਵਿੱਚ ਮਾਤਾ ਪਿਤਾ ਭੈਣ ਭਰਾ ਗੱਲ ਕਰ ਰਹੇ ਨੇ, ਗੱਲਾਂ ਕਰ ਰਹੇ ਨੇ। ਬਾਲਕ ਨੂੰ ਪਤਾ ਲੱਗ ਜਾਂਦਾ ਹੈ ਵੀ ਕਿਹੜੀ ਆਵਾਜ਼ ਮੇਰੀ ਮਾਤਾ ਦੀ ਹੈ, ਕਿਹੜੀ ਆਵਾਜ਼ ਮੇਰੇ ਪਿਤਾ ਦੀ ਹੈ। ਤੁਹਾਨੂੰ ਵੀ ਪਤਾ ਲੱਗ ਜਾਏਗਾ ਜਦੋਂ ਤੁਸੀਂ ਸ਼ਬਦ ਪੜ੍ਹੋਗੇ, ਕਿਹੜਾ ਸ਼ਬਦ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਹੈ, ਕਿਹੜਾ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸ਼ਲੋਕ ਨੇ ਜੀ 63। ਸੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਬਚਨ ਕੀਤਾ। ਬਚਨ ਦੇ ਨਾਲ ਬਖਸ਼ਿਸ਼ ਕਰ ਦਿੱਤੀ ਭਾਈ ਗੁਰਦਾਸ ਜੀ ਉੱਤੇ ਜੀ। ਇੱਥੋਂ ਤੱਕ ਆਪਾਂ ਕਥਾ ਸਰਵਣ ਕੀਤੀ ਸੀ। ਮਹਾਰਾਜ ਜੀ ਦੇ ਹੁਕਮ ਨਾਲ ਭਾਈ ਗੁਰਦਾਸ ਜੀ ਨੇ ਕਾਗਜ਼ ਤਿਆਰ ਕਰ ਲਏ ਨੇ। ਭਾਈ ਗੁਰਦਾਸ ਜੀ ਨੇ ਕਲਮ ਸਾਧ ਸੰਗਤ ਜੀ ਤਿਆਰ ਕੀਤੀ ਹੈ, ਸਿਆਹੀ ਤਿਆਰ ਕੀਤੀ ਹੈ, ਜਿਹਨੂੰ ਬਾਣੀ ਵਿੱਚ ਲਿਖਿਆ, ਧੰਨ ਸੋ ਭਾਂਡਾ ਕਲਮ ਧੰਨ, ਧੰਨ ਭਾਂਡਾ ਤਨ ਮਸ। ਵਾਹਿਗੁਰੂ
ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਧਨ ਮਸ, ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸੱਚ। ਕਾਗਜ਼ ਤੰਤਾ ਜੋਗ, ਪੂਜਣੇ ਜੋਗ ਕਾਗਜ਼ ਬਣ ਗਏ। ਕਥਾ ਆਪ ਜੀ ਨੇ ਸੁਣਨੀ। ਮੈਂ ਇੱਕ ਖਿਣ ਵਾਸਤੇ ਬੇਨਤੀ ਕਰਨ ਲੱਗਾ। ਸੰਗਤ ਜੀ, ਕਾਗਜ਼ ਤੇ ਬਾਜ਼ਾਰ 'ਚ ਹੋਰ ਵੀ ਬਹੁਤ ਨੇ, ਪਰ ਕਿਸੇ ਕਾਗਜ਼ ਨੂੰ ਲੋਕ ਫੜ ਕੇ ਮੱਥਾ ਨਹੀਂ ਟੇਕਦੇ ਜੀ। ਹਾਂਜੀ, ਕਾਗਜ਼ ਬਹੁਤ ਨੇ ਬਾਜ਼ਾਰ ਵਿੱਚ, ਪੇਪਰ ਮਿਲ ਨੇ ਜੀ ਕਈ ਜੀ। ਕਿਸੇ ਕਾਗਜ਼ ਨੂੰ ਮੱਥਾ ਨਹੀਂ ਟੇਕਿਆ ਜਾਂਦਾ। ਜਿਸ ਕਾਗਜ਼ ਉੱਤੇ ਮੇਰੇ ਸਤਿਗੁਰੂ ਜੀ ਦੀ ਬਾਣੀ ਲਿਖੀ ਜਾਂਦੀ, ਉਸ ਕਾਗਜ਼ ਨੂੰ ਲੋਕ ਮੱਥਾ ਟੇਕਣ ਲੱਗ ਪੈਂਦੇ ਨੇ ਜੀ। ਧਨ ਸੋ ਕਾਗਜ਼, ਕਲਮ ਵੀ ਧਨ ਹੈ, ਸ਼ਾਹੀ ਵੀ ਧਨ ਹੈ। ਜਿਸ ਭਾਂਡੇ 'ਚ ਸ਼ਾਹੀ ਪਈ ਹੈ ਉਹ ਵੀ ਧਨ ਹੈ, ਲਿਖਣ ਵਾਲੇ ਦੇ ਹੱਥ ਵੀ ਧਨ ਨੇ ਜੀ। ਮਹਾਰਾਜ ਬਾਣੀ 'ਚ ਲਿਖਦੇ ਹੈ, ਹਰ ਜਸ ਲਿਖੇ ਬੇਅੰਤ, ਸੋਹੇ ਸੇ ਹੱਥਾ। ਉਹ ਹੱਥ ਸ਼ੋਭਨੀਕ ਨੇ ਜਿਹੜੇ ਆਪਣੇ ਮਾਲਕ ਦਾ ਜਸ ਲਿਖਦੇ ਨੇ। ਬਾਣੀ 'ਚ ਮਹਾਰਾਜ ਕਿਰਪਾ ਕਰਦੇ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਆਖੋ ਪ੍ਰੇਮ ਨਾਲ, ਧੰਨ ਭਾਈ ਗੁਰਦਾਸ ਸਾਹਿਬ ਜੀ। ਧੰਨ ਭਾਈ ਗੁਰਦਾਸ ਸਾਹਿਬ ਜੀ। ਬਹੁਤ ਵੱਡਾ ਮਾਣ ਪ੍ਰਾਪਤ ਹੋਇਆ ਭਾਈ ਗੁਰਦਾਸ ਜੀ ਨੂੰ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਤੇ ਹੋਰ ਵੀ ਬਹੁਤ ਹੋਏ ਨੇ। ਧੰਨ ਧੰਨ ਬਾਬਾ ਦੀਪ ਸਿੰਘ ਜੀ ਨੇ ਵੀ ਮਹਾਰਾਜ ਜੀ ਦੇ 5 ਸਰੂਪ ਲਿਖੇ ਨੇ, ਪਰ ਭਾਈ ਗੁਰਦਾਸ ਜੀ ਨੂੰ ਇਹ ਮਾਣ ਹਾਸਲ ਹੋਇਆ। ਭਾਈ ਗੁਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਬਣੇ ਨੇ ਜੀ। ਇਸ ਸੰਸਾਰ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਅਕਾਲੀ ਬਾਣੀ ਦੇ ਪਹਿਲੇ ਜਿਹੜੇ ਲਿਖਾਰੀ ਨੇ ਉਹ ਭਾਈ ਗੁਰਦਾਸ ਸਾਹਿਬ ਜੀ ਹਨ ਜੀ। ਜੇ ਵੇਖਿਆ ਜਾਵੇ, ਬਾਣੀ ਦੇ ਲਿਖਾਰੀ ਵੇਖੇ ਜਾਣ, ਭਾਈ ਗੁਰਦਾਸ ਜੀ ਤੋਂ ਵੀ ਪਹਿਲਾਂ ਸਿੱਖ ਬਾਣੀ ਲਿਖਦੇ ਸਨ। ਉਹ ਵੀ ਤੇ ਹੱਥ ਨੇ ਜਿਨ੍ਹਾਂ ਨੇ ਪੋਥੀਆਂ ਲਿਖੀਆਂ ਨੇ ਜੀ। ਪੋਥੀਆਂ ਵੀ ਤਾਂ ਕਿਸੇ ਨੇ ਲਿਖੀਆਂ ਹੀ ਨੇ ਨਾ ਜੀ, ਜਿਹੜੀਆਂ ਗੁਰੂ ਅਰਜਨ ਸਾਹਿਬ ਲੈ ਕੇ ਆਏ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਹੋ ਰਿਹਾ, ਭਾਈ ਗੁਰਦਾਸ ਜੀ ਪਹਿਲੇ ਲਿਖਾਰੀ ਲੱਗੇ ਨੇ ਜੀ। ਹੁਣ ਅੱਗੇ ਆਪਾਂ ਕਥਾ ਸਰਵਣ ਕਰਨੀ ਹੈ। ਅੱਜ ਮਹਾਰਾਜ ਜੀ ਦਾ ਸਰੂਪ ਲਿਖਾਉਣਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਰੰਭ ਕਰਾਉਣਾ ਹੈ ਜੀ। ਅੱਜ ਦੇ ਦਿਨ ਮਹਾਰਾਜ ਜੀ ਆਰੰਭ ਕਰਨਗੇ। ਉਹ ਹੁਣ ਆਪਾਂ ਨੇ ਕਥਾ ਬੜੇ ਪ੍ਰੇਮ ਨਾਲ ਸਰਵਣ ਕਰਨੀ ਹੈ। ਸੁਰਤੀਆਂ ਬਿਰਤੀਆਂ ਮਹਾਰਾਜ ਜੀ ਦੇ ਚਰਨਾਂ ਵਿੱਚ ਜੋੜੀਏ। ਪਿਆਰ ਨਾਲ ਗੱਜ ਕੇ ਕਹੋ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਮਹਾਰਾਜ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਭ ਮਹਾਰਾਜ। ਸੰਗਤ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸ਼੍ਰੀ ਅਰਜਨ ਪੋਥੀ ਤਬ ਖੋਲੀ। ਹਜੂਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਿਰ ਪਹਿਲੀ ਪੋਥੀ ਪ੍ਰਕਾਸ਼ ਕੀਤੀ ਜੀ। ਕਈ ਪੋਥੀਆਂ ਨੇ ਨਾ ਜਿਨ੍ਹਾਂ 'ਚ ਬਾਣੀ ਲਿਖੀ ਹੈ, ਪਹਿਲੀ ਪੋਥੀ ਮਹਾਰਾਜ ਨੇ ਪ੍ਰਕਾਸ਼ ਕੀਤੀ ਜੀ। ਭਾਈ ਗੁਰਦਾਸ ਜੀ ਕਾਗਜ਼ ਉੱਤੇ ਕਲਮ ਰੱਖ ਕੇ ਤਿਆਰ ਨੇ ਜੀ ਲਿਖਣ ਵਾਸਤੇ ਜੀ। ਹਾਂਜੀ। ਹੇਤ ਲਿਖਾਵਨ ਗਿਰਾ ਅਮੋਲੀ। ਹਜੂਰ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਾਣੀ ਲਿਖਾਉਣ ਵਾਸਤੇ ਬਚਨ ਕਰਨ ਲੱਗੇ ਨੇ। ਹਾਂਜੀ। ਪ੍ਰਥਮ ਸਿਮਰ ਸ੍ਰੀ ਨਾਨਕ ਨਾਮੂ। ਪਰ ਉਹਦੇ ਤੋਂ ਪਹਿਲਾਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ ਹੈ ਜੀ। ਸੰਗਤ ਜੀ, ਕੁਝ ਵੀ ਹੋਵੇ ਚੇਤਾ ਰੱਖਿਓ, ਕਿਸੇ ਕੰਮ ਨੂੰ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਜ਼ਰੂਰ ਕਰਿਆ ਕਰੋ ਜੀ। ਮਹਾਰਾਜ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ, ਮਹਾਰਾਜ ਜੀ ਦੇ ਨਾਮ ਨੂੰ ਚੇਤੇ ਕੀਤਾ। ਪਿਆਰ ਨਾਲ ਆਪਾਂ ਵੀ ਕਹੀਏ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਨਮੋ ਕੀਨ ਧਰ ਧਿਆਨ ਬਿਰਾਮੂ। ਤੇ ਧਿਆਨ ਧਾਰਿਆ ਜੀ ਮਹਾਰਾਜ ਜੀ ਦਾ ਜੀ। ਧਿਆਨ ਧਾਰ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ। ਧਿਆਨ ਦੀ ਖੇਡ ਹੈ ਜੀ ਸਾਰੀ।
ਹਾਂਜੀ। ਪੂਰਬ ਸ਼੍ਰੀ ਜਪੁਜੀ ਲਿਖਵਾਈ। ਤੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਨ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਲਿਖਵਾਇਆ ਜੀ। ਮਹਾਰਾਜ ਉਚਾਰਦੇ ਆ ਗੁਰੂ ਅਰਜਨ ਸਾਹਿਬ, ਭਾਈ ਗੁਰਦਾਸ ਜੀ ਲਿਖਦੇ ਆ। ਸਭ ਤੋਂ ਪਹਿਲਾ ਸ਼ਬਦ ਕੀ ਹੈ? ਇੱਕ ਓੰਕਾਰ। ਹੁਣ ਧਿਆਨ ਦੇਖਿਓ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਰਹਿਬਰ ਸਤਿਗੁਰੂ ਹਨ, ਐਸੇ ਗ੍ਰੰਥ ਹਨ ਜਿਨ੍ਹਾਂ ਦੀ ਸ਼ੁਰੂਆਤ ਕਿਸੇ ਅੱਖਰ ਤੋਂ ਨਹੀਂ, ਏਕੇ ਤੋਂ ਹੁੰਦੀ ਹੈ। ਗਿਣਤੀ ਦੇ ਅੱਖਰ ਤੋਂ ਸ਼ੁਰੂ ਹੁੰਦੀ ਹੈ, ਬੋਲੀ ਦੇ ਅੱਖਰ ਤੋਂ ਨਹੀਂ ਹੁੰਦੀ ਜੀ। ਮਹਾਰਾਜ ਚਾਹੁੰਦੇ ਈੜੀ ਸਿਹਾਰੀ ਤੇ ਕੱਕਾ ਇੱਕ ਵੀ ਪਾ ਸਕਦੇ ਸਨ। ਇੱਕ ਦੇ ਸਰੂਪ 3 ਆਉਂਦੇ ਨੇ ਬਾਣੀ 'ਚ, ਈੜੀ ਸਿਹਾਰੀ ਕੱਕਾ ਇੱਕ, ਈੜੀ ਸਿਹਾਰੀ ਕੱਕੇ ਸਿਹਾਰੀ ਇੱਕ, ਈੜੀ ਸਿਹਾਰੀ ਕੱਕੇ ਔਂਕੜ ਇੱਕੋ। ਮਹਾਰਾਜ ਨੇ ਇੱਥੇ ਗਿਣਤੀ ਵਾਲਾ ਇੱਕ ਪਾਇਆ ਜੀ। ਭਾਈ ਗੁਰਦਾਸ ਜੀ ਨੇ ਇੱਕ ਲਿਖਿਆ, ਫਿਰ ਓੰਕਾਰ ਲਿਖਿਆ ਜੀ। ਹਾਂਜੀ। ਰੁਚਿਰ ਮੰਗਲਾ ਚਰਨ ਸੁਹਾਈ। ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ, ਗੱਜ ਕੇ ਆਖੋ ਵਾਹਿਗੁਰੂ। ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ, ਬਹੁਤ ਸੋਹਣਾ ਮੂਲ ਮੰਤਰ ਮਹਾਰਾਜ ਨੇ ਉਚਾਰਨ ਕੀਤਾ ਜੀ। ਹਾਂਜੀ। ਪੌੜੀ 4.5 ਉਚਾਰੀ। 4.5 ਪੌੜੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਜੀ। ਇੱਕ ਅੰਗ 'ਚ 4.5 ਆ ਜਾਂਦੀਆਂ ਨੇ ਜੀ, ਉਸ ਪੁਰਾਤਨ ਜਿਹੜੇ ਅੰਗ ਨੇ ਜੀ। ਹਾਂਜੀ। ਪਾਰ ਬ੍ਰਹਮ ਵਰਣਨ ਸੁਖਕਾਰੀ। ਜਿਨ੍ਹਾਂ 4.5 ਪੌੜੀਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਪਾਰ ਬ੍ਰਹਮ ਦਾ ਜ਼ਿਕਰ ਕੀਤਾ ਹੈ, ਉਸ ਵਾਹਿਗੁਰੂ ਦੀ ਸਿਫਤ ਕੀਤੀ ਹੈ ਜੀ। ਹਾਂਜੀ। 1.5 ਬਿਖੈ ਗੁਰ ਮਹਿਮਾ ਕਹੀ। 1.5 ਅਗਲੀ ਪੌੜੀ ਵਿੱਚ ਸਤਿਗੁਰੂ ਦੀ ਮਹਿਮਾ ਕੀਤੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਪਹਿਲਾਂ ਪਾਰ ਬ੍ਰਹਮ ਦੀ ਸਿਫਤ ਹੈ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਧ ਸੰਗਤ ਜੀ, ਇਹ ਪਰਮੇਸ਼ਰ ਦੀ ਸਿਫਤ ਹੈ ਜੀ। ਫਿਰ 4.5 ਪੌੜੀਆਂ ਤੋਂ ਬਾਅਦ ਅਗਲੀਆਂ ਜਿਹੜੀਆਂ 1.5 ਪੌੜੀਆਂ ਹਨ, ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਉਹਦੇ ਵਿੱਚ ਗੁਰੂ ਜੀ ਦੀ ਮਹਿਮਾ ਹੈ। ਹੁਣ ਜਪਜੀ ਸਾਹਿਬ ਦਾ ਪਾਠ ਆਪਾਂ ਬਹੁਤ ਵਾਰ ਕਰਦੇ ਆ, ਧਿਆਨ ਨਹੀਂ ਦਿੰਦੇ ਜੀ। ਹਾਂਜੀ। ਕੀਨ ਮੰਗਲਾ ਚਰਨੈ ਸਹੀ। ਇਹ ਮੰਨੋ ਵੀ ਮੰਗਲਾਚਰਨ ਹੀ ਹੈ ਵਾਹਿਗੁਰੂ ਜੀ ਦਾ ਜੀ, ਮੰਗਲ ਹੀ ਹੈ, ਸਿਫਤ ਹੀ ਹੈ। ਹਾਂਜੀ। ਜੇ ਜੁਗ ਚਾਰੇ ਲਿਖੀ ਸੋ ਫੇਰੇ। ਸੋ ਫਿਰ ਗੁਰੂ ਅਰਜਨ ਦੇਵ ਮਹਾਰਾਜ ਬੋਲ ਰਹੇ ਹਨ, ਭਾਈ ਗੁਰਦਾਸ ਜੀ ਲਿਖ ਰਹੇ ਹਨ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਇਹ ਪੌੜੀ ਉਚਾਰਨ ਕੀਤੀ ਜੀ। ਹਾਂਜੀ। ਇਸ ਮਹਿ ਭੰਨਿਓ ਵਿਰਾਗ ਵਡੇਰੇ। ਕਹਿੰਦੇ ਇਹਦੇ ਵਿੱਚ ਬੈਰਾਗ ਉਚਾਰਨ ਕੀਤਾ ਮਹਾਰਾਜ ਨੇ, ਬੈਰਾਗ ਉਚਾਰਨ ਕੀਤਾ ਹੈ। ਹਾਂਜੀ। ਜਿੰਨੀ ਮਰਜ਼ੀ ਲੰਮੀ ਉਮਰ ਹੋ ਜਾਵੇ, ਜਿੰਨਾ ਮਰਜ਼ੀ ਵੱਡਾ ਆਦਮੀ ਬਣ ਜਾਵੇ, ਜੇ ਮੇਰੇ ਵਾਹਿਗੁਰੂ ਦੀ ਸਾਧ ਸੰਗਤ ਦੀ ਮਿਹਰ ਨਹੀਂ ਹੁੰਦੀ, ਕੋਈ ਵੈਲਿਊ ਨਹੀਂ, ਕੋਈ ਮੁੱਲ ਨਹੀਂ ਜੀ। ਜਿਸ ਪੌੜੀ ਵਿੱਚ ਵੈਰਾਗ ਹੈ, ਵੈਰਾਗ ਦੀ ਪ੍ਰਾਪਤੀ ਕਰਾਉਣ ਵਾਲੀ ਇਹ ਪੌੜੀ ਹੈ। ਹਾਂਜੀ। ਸ਼ਰਵਨ ਮਹਾਤਮ 4 ਮਝਾਰੀ। ਅਗਲੀਆਂ ਮਹਾਰਾਜ ਨੇ 4 ਪੌੜੀਆਂ ਆਪ ਉਚਾਰਨ ਕੀਤੀਆਂ, ਜਿਨ੍ਹਾਂ ਵਿੱਚ ਸੁਣਨ ਦਾ ਮਹਾਤਮ ਹੈ। ਜਿਹੜੇ ਵਾਹਿਗੁਰੂ ਦਾ ਨਾਮ ਸੁਣਦੇ ਹਨ, ਜਿਹੜੇ ਕੀਰਤਨ ਸੁਣਦੇ ਹਨ, ਜਿਹੜੇ ਪੁਰਸ਼ ਕਥਾ ਸੁਣਦੇ ਹੈ, ਉਹਨਾਂ ਨੂੰ ਪ੍ਰਾਪਤੀ ਕੀ ਹੁੰਦੀ ਹੈ? ਉਹਨਾਂ ਨੂੰ ਵਿਗਾਸ ਦੀ ਪ੍ਰਾਪਤੀ ਹੁੰਦੀ ਹੈ, ਖੁਸ਼ੀਆਂ ਖੇੜਿਆਂ ਦੀ ਪ੍ਰਾਪਤੀ ਹੁੰਦੀ ਹੈ, ਉਹਨਾਂ ਦੇ ਦੁੱਖ ਦੂਰ ਹੁੰਦੇ ਹੈ। ਵੱਡੀ ਗੱਲ, ਪਾਪ ਨਹੀਂ ਖਹਿੜਾ ਛੱਡਦੇ। ਉਹ ਜਿਹੜੇ ਪਾਪ ਹੈ ਨਾ, ਵਾਹਿਗੁਰੂ ਜੀ ਦਾ ਨਾਮ ਸੁਣਨ ਨਾਲ ਉਹ ਵੀ ਦੂਰ ਹੋ ਜਾਂਦੇ ਹਨ। 4 ਵਾਰ ਆਉਂਦਾ, ਨਾਨਕ ਭਗਤਾ ਸਦਾ ਵਿਗਾਸ ਸੁਣਿਆ, ਦੁਖ ਪਾਪ ਕਾ ਨਾਸ। ਜਿਸ ਵਿੱਚ 4 ਪੌੜੀਆਂ ਦੇ ਵਿੱਚ ਸੁਣਨ ਦਾ ਮਹਾਤਮ ਹੈ,
ਮਹਾਰਾਜ ਨੇ ਉਹ ਉਚਾਰੀਆਂ। ਪੁਨਹ ਮਨਨ ਭਾਖਿਓ ਵਿਚਾਰੀ। ਫਿਰ ਮੰਨਣ ਦੀਆਂ 4 ਪੌੜੀਆਂ ਮਹਾਰਾਜ ਨੇ ਉਚਾਰਨ ਕੀਤੀਆਂ ਜੀ, ਜਿਹਦੇ ਵਿੱਚ ਪਰਮੇਸ਼ਰ ਦੇ ਨਾਮ ਦੇ ਮੰਨਣ ਦੀ ਮਹਿਮਾ ਹੈ। ਕੀ ਮਹਿਮਾ ਹੈ? ਮੰਨੇ ਕੀ ਗਤ ਕਹੀ ਨਾ ਜਾਏ। ਕਹੀ ਨਾ ਜਾਏ। ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਜਿਸ ਵਿੱਚ ਨਾਮ ਦੇ ਸੁਣਨ ਦਾ ਮੰਨਣ ਦਾ ਮਹਾਤਮ ਹੈ, ਉਹ ਪੌੜੀਆਂ 4 ਉਚਾਰੀਆਂ ਜੀ। ਹਾਂਜੀ। ਨਿਧ ਆਸਨ ਪੰਚੇ ਪਰਵਾਨ। ਫਿਰ ਕਿਹੜੀ ਪੌੜੀ ਸ਼ੁਰੂ ਹੁੰਦੀ ਭਲਾ ਜੀ? ਪੰਚ ਪਰਵਾਨ, ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ। ਨਿਧਿਆਸਣ, ਬਾਰ-ਬਾਰ ਅਭਿਆਸ ਕਰਨ ਵਾਲੀ ਜਿਹੜੀ ਪੌੜੀ ਹੈ, ਨਿਧਿਆਸਣ ਦੀ ਪੌੜੀ ਹੈ, ਉਹ ਮਹਾਰਾਜ ਨੇ ਉਚਾਰਨ ਕੀਤੀ ਹੈ। ਹਾਂਜੀ। ਇਸ ਮਹਿ ਨੀਕੇ ਕੀਨ ਬਖਾਨ। ਬੜੇ ਚੰਗੀ ਤਰੀਕੇ ਨਾਲ ਨਿਧਿਆਸਣ ਦੀ ਮਹਿਮਾ ਜਿਹੜੀ ਹੈ, ਇਸ ਪੌੜੀ ਵਿੱਚ ਉਚਾਰਨ ਕੀਤੀ ਹੈ ਜੀ। ਬੜੀ ਵਾਰੀ ਤੁਸੀਂ ਪੜ੍ਹਿਆ ਪੰਚ ਪਰਵਾਨ, ਪੰਚ ਪ੍ਰਧਾਨ। ਪੰਚ ਕੀ ਹੈ? ਪੰਜ ਸਤਿਗੁਰੂ ਨੇ ਕਿਹਨੂੰ ਆਖਿਆ? ਕਈ ਪੰਚ ਨਹੀਂ ਪੜ੍ਹਦੇ, ਉਹ 5 ਹੀ ਪੜ੍ਹਦੇ ਹੈ ਜੀ, ਜਿਨ੍ਹਾਂ ਨੇ ਸੰਥਾ ਨਹੀਂ ਕੀਤੀ ਹੁੰਦੀ। ਪੰਚ ਦਾ ਭਾਵ ਹੈ ਗੁਰਮੁਖ। ਗੁਰਮੁਖ ਪ੍ਰਵਾਨ ਨੇ, ਪਰਮੇਸ਼ਰ ਦੇ ਘਰ ਵਿੱਚ ਗੁਰਮੁਖੀ ਪ੍ਰਧਾਨ ਨੇ, ਸ੍ਰੇਸ਼ਟ ਨੇ। ਹਾਂਜੀ। ਤੂੰ ਸਦਾ ਸਲਾਮਤ ਨਿਰੰਕਾਰ। ਹਾਂਜੀ। ਸਾਖਿਆਤ ਪਰ ਇਹ ਤੁਕ ਚਾਰ। ਹਜੂਰ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਆਪ ਆਪਣੇ ਮੁਖ ਤੋਂ ਉਚਾਰ ਰਹੇ ਹਨ। ਭਾਈ ਗੁਰਦਾਸ ਸਾਹਿਬ ਜੀ ਲਿਖ ਰਹੇ ਹਨ। ਇੱਕ ਇੱਕ ਮਾਤਰਾ, ਔਂਕੜ, ਦੁਲੈਂਕੜ, ਅੱਖਰ, ਸਾਰੀਆਂ ਗੱਲਾਂ ਦਾ ਧਿਆਨ ਰੱਖਿਆ ਜਾ ਰਿਹਾ। ਤੇ ਸਾਧ ਸੰਗਤ ਜੀ ਫਿਰ ਕਹਿੰਦੇ ਆ ਕਿ ਅਗਲੀ ਪੰਕਤੀਆਂ ਜਿਹੜੀਆਂ ਆਈਆਂ ਨੇ, ਤੂੰ ਸਦਾ ਸਲਾਮਤ, ਇਹ ਵਾਲੀਆਂ ਪੌੜੀਆਂ ਮਹਾਰਾਜ ਨੇ ਉਚਾਰੀਆਂ ਜੀ। 4 ਵਾਰ ਇਹ ਤੁਕ ਆਉਂਦੀ ਹੈ। ਹਾਂਜੀ। ਇਹ ਕ੍ਰਮ ਪ੍ਰਥਮੈ ਵਰਣਨ ਕਰਿਓ। ਕਹਿੰਦੇ ਆ ਇਹ ਤੁਕ ਬ੍ਰਹਮ ਦੀ ਸਾਖਿਆਤਤਾ ਕਰਾਉਣ ਵਾਲੀ ਹੈ। ਬ੍ਰਹਮ ਦੀ ਜਾਣਕਾਰੀ ਦੱਸਦੀ ਵੀ ਬ੍ਰਹਮ ਪਰਮੇਸ਼ਰ ਕੀ ਹੈ। ਅਸੀਂ ਕਹਿੰਦੇ ਆ ਤੂੰ ਸਦਾ ਸਲਾਮਤ ਰਹੇ, ਆਸ਼ੀਰਵਾਦ ਦਿੰਦੇ ਆ ਬਜ਼ੁਰਗ। ਕੋਈ ਰਹਿੰਦਾ ਹੈ ਸਦਾ ਸਲਾਮਤ? ਕੋਈ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਵਾਹਿਗੁਰੂ, ਸਦਾ ਸਲਾਮਤ ਰਹਿਣ ਵਾਲਾ ਤੇ ਤੂੰ ਹੀ ਹੈ। ਤੂੰ ਸਦਾ ਨਿਰੰਕਾਰ। ਹਾਂਜੀ। ਜਪ ਅਰ ਵੇਦ ਅਰਥ ਇਕ ਧਰਿਓ। ਕਹਿਣ ਲੱਗੇ ਇਹ ਕਰਮ ਪਹਿਲਾਂ ਵੀ ਮਹਾਰਾਜ ਨੇ ਵਰਣਨ ਕੀਤਾ। ਕਹਿਣ ਲੱਗੇ ਜਪ ਅਤੇ ਵੇਦ ਸਮਾਨ ਅਰਥ ਹਨ। ਭਾਵ ਇਹ ਜਿਹੜੀ ਤੁਕ ਹੈ ਨਾ, ਤੂੰ ਸਦਾ ਸਲਾਮਤ ਨਿਰੰਕਾਰ, 4 ਵੇਦ ਨੇ, 4 ਵੇਦਾਂ ਦਾ ਭਾਵ ਹੈ ਇਹਦੇ ਵਿੱਚ ਜੀ, ਇੱਕ ਪੰਕਤੀ 'ਚ ਜੀ। ਹਾਂਜੀ। ਬ੍ਰਹਮ ਜਾਣਬੇ ਕੇ ਇਹ ਨਾਮੂ। ਹਾਂਜੀ। ਦੋਨੋਂ ਪਦ ਸਮਸਰ ਅਭਿਰਾਮੂ। ਕਹਿਣ ਲੱਗੇ ਬ੍ਰਹਮ ਨੂੰ ਜਾਣਨ ਦਾ, ਰੱਬ ਨੂੰ ਜਾਣਨ ਦਾ ਇਹ ਨਾਮ ਨੇ। ਨਿਰੰਕਾਰ ਵੀ ਉਹਦਾ ਨਾਮ ਹੈ, ਸਲਾਮਤ ਵੀ ਉਹਦਾ ਨਾਮ ਹੈ, ਤੂੰ ਵੀ ਉਹਦਾ ਨਾਮ ਹੈ। ਹਾਂਜੀ। ਜਾਂ ਤੇ ਪ੍ਰਥਮ ਨਾਮ ਜਪ ਰਾਖਿਓ। ਸੋ ਕਹਿਣ ਲੱਗੇ ਫਿਰ ਸਾਰੀ ਜਪਜੀ ਸਾਹਿਬ ਦੀ ਬਾਣੀ ਮਹਾਰਾਜ ਨੇ ਉਚਾਰੀ। ਤੇ ਬ੍ਰਹਮ ਗਿਆਨੀ ਕਿਸੇ ਨੇ ਬਣਨਾ ਹੋਵੇ, ਉਹ ਕੇਵਲ ਜਪਜੀ ਸਾਹਿਬ ਹੀ ਕਰ ਲੇ, ਬਣ ਜਾਏਗਾ ਜੀ। ਬ੍ਰਹਮ ਗਿਆਨ ਦੀ ਪ੍ਰਾਪਤੀ ਕਰਾਉਣ ਵਾਲੀ ਹੈ ਜਪਜੀ ਸਾਹਿਬ ਦੀ ਬਾਣੀ। ਗੁਰਮੁਖਾਂ ਨੇ ਬੜਾ ਬੜਾ ਜਾਪ ਇਹਦਾ ਕੀਤਾ ਜੀ। 1.25 ਲੱਖ ਜਪਜੀ ਸਾਹਿਬ ਦੇ ਪਾਠ ਗੁਰਮੁਖ ਅੱਜ ਵੀ ਬੈਠੇ ਨੇ ਕਰਨ ਵਾਲੇ ਜੀ, ਔਰ ਕਰ ਰਹੇ ਨੇ ਜੀ। ਬੜੇ ਬੜੇ ਗੁਰਮੁਖਾਂ ਨੇ ਜਪਜੀ ਸਾਹਿਬ ਦੇ ਪਾਠ ਤੋਂ ਕਿਰਪਾ ਪ੍ਰਾਪਤ ਕੀਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਬੜੇ ਬੜੇ ਗੁਰਮੁਖ ਕੌਮ ਦੇ ਥੰਮ ਜਿਹੜੇ ਹੋਏ ਆ, ਉਹਨਾਂ ਨੇ ਜਪਜੀ ਸਾਹਿਬ ਦੇ ਪਾਠ ਕਰ ਕਰਕੇ ਰੱਬ ਕੋਲੋਂ ਮਿਹਰ ਪ੍ਰਾਪਤ ਕੀਤੀ ਹੈ। ਬ੍ਰਹਮ ਜਾਣਬੇ ਕੇ ਇਹ ਨਾਮੂ, ਦੋਨੋਂ ਪਦ ਸਮਸਰ ਅਭਿਰਾਮੂ। ਕਹਿਣ ਲੱਗੇ ਸੁਣਿਓ, ਇਹ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨ ਵਾਲੀ ਹੈ, ਕਰਾਉਣ ਵਾਲੀ ਹੈ। ਇਸ ਕਰਕੇ ਮਹਾਰਾਜ ਨੇ ਇਹਦਾ ਨਾਮ ਰੱਖਿਆ ਜਪ।
ਕਈ ਕਹਿੰਦੇ ਜੀ ਬਾਰ-ਬਾਰ ਜਪਜੀ ਸਾਹਿਬ ਨੂੰ ਬੋਲਣ ਦਾ ਕੀ ਫਾਇਦਾ। ਤੇ ਪਿਆਰਿਓ, ਜਪਜੀ ਸਾਹਿਬ ਦਾ ਤੇ ਨਾਮ ਹੀ ਮਹਾਰਾਜ ਨੇ ਜਪ ਰੱਖਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਜਪਜੀ ਸਾਹਿਬ ਦਾ ਕੀ ਨਾਮ ਰੱਖਿਆ? ਜਪ। ਜਪ ਦਾ ਕੀ ਭਾਵ ਹੈ? ਜਪੀ ਚੱਲ, ਜਪੀ ਚੱਲ, ਬੋਲੀ ਚੱਲ। ਜਪਜੀ ਸਾਹਿਬ ਦਾ ਇਹ ਭਾਵ ਹੈ ਜੀ, ਬੋਲੀ ਚੱਲ, ਜਪੀ ਚੱਲ, ਜਪੀ ਚੱਲ। ਹਾਂਜੀ, ਇਹ ਸਭ ਗੁਰਬਾਣੀ। ਸਭ ਗੁਰਬਾਣੀ ਕੋ ਇਹ ਭਾਖਿਓ। ਸੋ ਸਾਰੀ ਜਪਜੀ ਸਾਹਿਬ ਜੀ ਦੀ ਬਾਣੀ ਮਹਾਰਾਜ ਨੇ ਲਿਖਾਈ ਹੈ। ਲਗਭਗ 8ਵੇਂ ਅੰਗ ਤੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਪਜੀ ਸਾਹਿਬ ਜੀ ਦੀ ਬਾਣੀ ਸੰਪੂਰਨ ਹੁੰਦੀ ਹੈ ਜੀ। 8ਵੇਂ ਅੰਗ ਤੇ ਜੀ ਇਹਦਾ ਨਾਮ ਹੀ ਜਪ ਰੱਖਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਤੇ ਜਪ ਤੋਂ ਕੀ ਬਣਦਾ? ਜਾਪ ਬਣਦਾ। ਨਿਤਨੇਮ ਦੀ ਜੇ ਮੈਂ ਗੱਲ ਕਰਾਂ ਤੇ ਨਿਤਨੇਮ ਅੱਗੇ ਅਗਲੀ ਬਾਣੀ ਕਿਹੜੀ ਹੈ? ਜਾਪ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਾਣੀ ਉਚਾਰੀ। ਕਹਿਣ ਲਗ ਕਹੋ ਮਹਾਤਮ ਬਾਣੀ। ਹਜੂਰ ਮਹਾਰਾਜ ਨੇ ਇਹ ਬਾਣੀ ਉਚਾਰੀ। ਕਵੀ ਸੰਤੋਖ ਸਿੰਘ ਕਹਿੰਦੇ, ਸੰਗਤ ਜੀ ਮੈਂ ਕਿੱਥੋਂ ਕੁ ਤੱਕ ਤੁਹਾਨੂੰ ਜਪਜੀ ਸਾਹਿਬ ਦਾ ਮਹਾਤਮ ਦੱਸਾਂ। ਜਪਜੀ ਸਾਹਿਬ ਦੀ ਬਾਣੀ ਦਾ ਕਿੰਨਾ ਮਹਾਤਮ ਹੈ। ਉਸ ਬੰਦੇ ਤੇ ਕਿਸੇ ਤੰਤਰ ਮੰਤਰ ਜੰਤਰ ਦਾ ਅਸਰ ਨਹੀਂ ਚੱਲ ਸਕਦਾ ਜਿਹੜਾ ਜਪਜੀ ਸਾਹਿਬ ਪੜ੍ਹਦਾ ਹੈ ਜੀ। ਇੱਕ ਮਾਈ ਨੂੰ ਕਹਿਣ ਲੱਗੇ, ਮਹਾਰਾਜ ਇਹਨੂੰ ਪ੍ਰੇਤ ਚੰਬੜਿਆ। ਸ੍ਰੀ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਜਪਜੀ ਸਾਹਿਬ ਨਹੀਂ ਸੀ ਪੜ੍ਹਦੀ, ਇਹੋ ਕੁਝ ਹੋਣਾ ਸੀਗਾ। ਕਹਿਣ ਲੱਗੇ ਜਿਹੜਾ ਜਪਜੀ ਸਾਹਿਬ ਪੜ੍ਹਦਾ ਹੈ ਨਾ, ਉਹਨੂੰ ਨਹੀਂ ਇਹੋ ਜਿਹਾ ਕੁਝ ਹੁੰਦਾ ਜੀ। ਤੇ ਗੁਰਮੁਖਾਂ ਨੇ ਜਪਜੀ ਸਾਹਿਬ ਨੂੰ ਜਪਿਆ ਜੀ, ਕਮਾਈ ਕੀਤੀ ਜਪਜੀ ਸਾਹਿਬ ਜੀ ਦੀ ਜੀ। ਹਾਂਜੀ, ਜੋ ਸਭ ਕੀ ਸਿਰਮੌਰ ਬਖਾਨੀ। ਸਾਰੀਆਂ ਹੱਸਣਾ ਨਹੀਂ, ਸਾਵਧਾਨ ਹੋ ਕੇ ਬਹਿਣਾ। ਹੱਸਣ ਦੀ ਤੇ ਗੱਲ ਹੀ ਕੋਈ ਨਹੀਂ ਹੈਗੀ। ਭਾਈ ਹਰੀ ਪੱਗ ਵਾਲੇ ਤੈਨੂੰ ਆਖਿਆ, ਹੱਸਣਾ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਬਾਣੀਆਂ ਸਾਰੀਆਂ ਹੀ ਪੂਜਨੀਕ ਨੇ ਤੇ ਸਤਿਕਾਰਯੋਗ ਨੇ, ਪਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਸਭ ਬਾਣੀਆਂ ਦੀ ਸਿਰਮੌਰ ਬਾਣੀ ਸ੍ਰੀ ਜਪਜੀ ਸਾਹਿਬ ਹੈ। ਸਭ ਬਾਣੀਆਂ ਦੀ ਸਿਰਮੌਰ ਬਾਣੀ ਜੀ। ਜਿਹਨੇ ਜਪਜੀ ਸਾਹਿਬ ਦਾ ਆਸਰਾ ਫੜ ਲਿਆ ਦਰਗਾਹ ਦੇ ਵਿੱਚ ਪਹੁੰਚ ਜਾਏਗਾ ਜੀ ਉਹ। ਹਾਂਜੀ, ਅਪਰ ਨਾ ਉੱਤਮ ਜਿਸ ਤੇ ਕੋਈ। ਕਹਿਣ ਲੱਗੇ ਇਹਦੇ ਵਰਗਾ ਕੋਈ ਹੋਰ ਨਹੀਂ ਹੈ। ਜਪਜੀ ਸਾਹਿਬ ਵਰਗਾ ਕੋਈ ਹੋਰ ਨਹੀਂ ਹੈ। ਹਾਂਜੀ, ਮਹਾਰਾਜ ਦੀ ਬਾਣੀ ਤੁਸੀਂ ਸੁਣੀ ਸੀ ਨਾ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ, ਜਦੋਂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਜਪਜੀ ਸਾਹਿਬ ਸੁਣਾਇਆ, ਗੁਰੂ ਨਾਨਕ ਸਾਹਿਬ ਨੇ ਕਿੰਨੀ ਮਹਿਮਾ ਕੀਤੀ ਜੀ। ਦੇਵਤੇ ਵੀ ਤਰਸਦੇ ਨੇ, ਦੇਵਤੇ ਵੀ ਤਰਸਦੇ ਨੇ ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀਏ। ਦੇਵਤੇ ਵੀ ਤਰਸਦੇ। ਸ਼ੁੱਧ ਪਾਠ ਸੁਣਾਇਆ ਜਪਜੀ ਸਾਹਿਬ ਜੀ ਦਾ ਭਾਈ ਗੋਪਾਲਾ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਗੱਦੀ ਦੇਣ ਨੂੰ ਹੀ ਤਿਆਰ ਹੋ ਗਏ ਹੈਗੇ ਜੀ। ਚਲੋ ਉਹਨਾਂ ਦੀ ਸੁਰਤ 'ਚ ਘੋੜੇ ਆ ਗਏ ਜੀ। ਤੇ ਤੁਸੀਂ ਅੱਗੇ ਸੁਣਿਆ ਨਾ, ਮਹਾਰਾਜ ਕਹਿਣ ਲੱਗੇ, ਗੋਪਾਲਿਆ ਤੈਨੂੰ ਕੋਲੋਂ ਕੁਝ ਦੇਣਾ ਚਾਹੁੰਦੇ ਆ, ਕੁਛ ਮੰਗ ਲੈ। ਭਾਈ ਗੋਪਾਲਾ ਜੀ ਕਹਿੰਦੇ, ਮਹਾਰਾਜ ਅੱਗੇ ਘੋੜੇ ਸੋਚ ਬੈਠਾ, ਹੁਣ ਤੁਸੀਂ ਆਪੇ ਹੀ ਮਿਹਰ ਕਰ ਦਿਓ। ਤੇ ਗੁਰੂ ਸਾਹਿਬ ਨੇ ਫਿਰ ਬਚਨ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਗੋਪਾਲੇ ਤੂੰ ਇੰਨੇ ਇਕਾਗਰਤਾ ਨਾਲ ਜਪਜੀ ਸਾਹਿਬ ਦਾ ਪਾਠ ਸੁਣਾਇਆ, ਜਾਂ ਅੱਜ ਤੋਂ ਬਾਅਦ ਤੇਰਾ ਜਨਮ ਮਰਨ ਨਹੀਂ ਹੋਏਗਾ। ਕਹਿਣ ਲੱਗੇ ਕਿੰਨੀ ਵੱਡੀ ਮਿਹਰ ਕੀਤੀ ਮਹਾਰਾਜ ਨੇ। ਹਾਂਜੀ, ਅਰ ਸੁਖੇਨ ਹੀ ਪ੍ਰਾਪਤ ਹੋਈ। ਫਿਰ ਕਹਿਣ ਲੱਗੇ ਸੌਖੇ ਤਰੀਕੇ ਨਾਲ ਯਾਦ ਹੋ ਜਾਂਦੀ ਹੈ, ਸੌਖੇ ਤਰੀਕੇ ਨਾਲ ਹੀ ਪ੍ਰਾਪਤ ਹੋ ਜਾਂਦੀ ਹੈ ਬਾਣੀ, ਯਾਦ ਹੋ ਜਾਂਦੀ। ਭਾਵ ਤੁਸੀਂ ਵੇਖ ਲਓ, ਜਪਜੀ ਸਾਹਿਬ ਦੀਆਂ ਬਹੁਤ ਪੰਕਤੀਆਂ ਸੁੱਤੇ ਸਿੱਧ ਯਾਦ ਹੋ ਜਾਂਦੀਆਂ ਜੀ। ਤੂੰ ਸਦਾ ਸਲਾਮਤ ਨਿਰੰਕਾਰ, ਸੁੱਤੇ ਸਿੱਧ ਯਾਦ ਹੋ ਜਾਂਦੀਆਂ ਜੀ। ਸੱਚਖੰਡ ਵਸੈ ਨਿਰੰਕਾਰ, ਸੁੱਤੇ ਸਿੱਧ ਯਾਦ ਹੋ ਜਾਂਦੀ ਜੀ। ਸੁਣਿਆ ਦੁੱਖ ਪਾਪ ਕਾ ਨਾਸ, ਸੁੱਤੇ ਸਿੱਧ ਹੀ ਬੰਦੇ ਨੂੰ ਯਾਦ ਹੋ ਜਾਂਦੀਆਂ ਪੰਕਤੀਆਂ। ਹਾਂਜੀ,
ਪ੍ਰਥਮ ਰਾਗ ਸ਼੍ਰੀ ਰਾਗ ਲਖਾਵਾ। ਸੋ ਸ੍ਰੀ ਜਪਜੀ ਸਾਹਿਬ ਜੀ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਨੇ 100 ਦਰ ਵਾਲੇ ਸ਼ਬਦ ਲਿਖਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੀ, ਜਿਹਨੂੰ ਆਪਾਂ ਪੜ੍ਹਦੇ ਹਾਂ। 100 ਦਰ ਤੇਰਾ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਇਹ ਸ਼ਬਦ ਲਿਖਾਏ ਮਹਾਰਾਜ ਨੇ। 100 ਪੁਰਖ ਵਾਲੇ ਸ਼ਬਦ ਲਿਖਾਏ ਮਹਾਰਾਜ ਨੇ। ਤੇ ਸਾਧ ਸੰਗਤ ਜੀ, ਉਹਦੇ ਤੋਂ ਬਾਅਦ ਮਹਾਰਾਜ ਸੱਚੇ ਪਾਤਸ਼ਾਹ ਨੇ ਸੋਹਿਲਾ ਸਾਹਿਬ ਜੀ ਦੀ ਬਾਣੀ ਲਿਖਾਈ ਜੀ। ਇਹ ਨਿਤਨੇਮ ਦੀਆਂ ਬਾਣੀਆਂ ਨੇ ਸਾਡੀਆਂ। ਉਸ ਤੋਂ ਉਪਰੰਤ ਪ੍ਰਥਮ ਰਾਗ ਸ਼੍ਰੀ ਰਾਗ ਲਖਾਵਾ। ਰਾਗਾਂ ਦੀ ਆਰੰਭਤਾ ਮਹਾਰਾਜ ਨੇ ਕੀਤੀ। ਤੇ ਸਾਧ ਸੰਗਤ ਜੀ, ਪਹਿਲਾ ਰਾਗ ਜਿਹੜਾ ਲਿਖਵਾਇਆ ਉਹ ਕਿਹੜਾ ਲਿਖਾਇਆ? ਸ੍ਰੀ ਰਾਗ। ਗੱਜ ਕੇ ਆਖੋ ਵਾਹਿਗੁਰੂ। ਜਿਹੜੇ ਸਹਿਜ ਪਾਠ ਕਰਦੇ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਜੀ। ਤੇ ਸ੍ਰੀ ਰਾਗ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪਹਿਲਾ ਸ਼ਬਦ ਲਿਖਾਇਆ। ਕਿਹੜਾ? ਮੋਤੀ ਤਾਂ ਮੰਦਰ ਊਸ ਰਹੇ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਇਹ ਸ਼ਬਦ ਸਤਿਗੁਰੂ ਜੀ ਨੇ ਲਿਖਾਇਆ ਜੀ। ਹਾਂਜੀ। ਘਰ ਅਨੇਕ ਮਹਿ ਜਾਏ ਜੋ ਗਾਵਾ। ਜਿਹੜਾ ਸ੍ਰੀ ਰਾਗ ਅਨੇਕਾਂ ਸੁਰ ਤਾਲਾਂ ਵਿੱਚ ਗਾਇਆ ਜਾਂਦਾ ਹੈ ਜੀ। ਹਾਂਜੀ। ਤਕ ਲਿਖੇ ਜਬ ਬੂਝਤ ਭਏ, ਹਾਂਜੀ। ਕਹੋ ਗੁਰਦਾਸ ਜਾਨ ਭੀ ਲਏ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਕੁਝ ਸ਼ਬਦ ਲਿਖ ਲਏ ਨਾ ਜੀ ਸ੍ਰੀ ਰਾਗ ਦੇ, ਭਾਈ ਗੁਰਦਾਸ ਜੀ ਨੂੰ ਪਤਾ ਲੱਗਣ ਲੱਗ ਪਿਆ ਵੀ ਕਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ, ਕਿਹੜਾ ਗੁਰੂ ਅਮਰਦਾਸ ਜੀ ਦਾ ਹੈ ਜੀ। ਸੋਝੀ ਹੋ ਗਈ ਜੀ। ਹਾਂਜੀ। ਹਾਥ ਜੋੜ ਕੇ ਬਾਕ ਬਖਾਨਿਓ। ਹੱਥ ਜੋੜੇ ਜੀ ਭਾਈ ਗੁਰਦਾਸ ਜੀ ਨੇ ਮਹਾਰਾਜ ਅੱਗੇ। ਹਾਂਜੀ। ਰਾਵਰ ਕੀ ਕਰੁਣਾ ਤੇ ਜਾਣਿਓ। ਤੇ ਭਾਈ ਗੁਰਦਾਸ ਜੀ ਆਪਣੇ ਸਤਿਗੁਰੂ, ਆਪਣੇ ਮਾਲਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿਣ ਲੱਗੇ, ਮਹਾਰਾਜ ਆਪ ਜੀ ਦੀ ਕਿਰਪਾ ਨਾਲ ਮੈਨੂੰ ਸਭ ਪਤਾ ਲੱਗਣ ਲੱਗ ਪਿਆ ਹੈ। ਹਾਂਜੀ। ਪਤ ਕੋ ਬਚਬੋ ਨਰਨ ਮਝਾਰੀ। ਜਿਵੇਂ ਕਿਸੇ ਇਸਤਰੀ ਦਾ ਪਤੀ ਕਈ ਪੁਰਸ਼ਾਂ ਵਿੱਚ ਖਲੋ ਕੇ ਬੋਲ ਰਿਹਾ ਹੋਵੇ। ਹਾਂਜੀ। ਲੇਤ ਪਛਾਨ ਦੁਰੀ ਜਿਮ ਨਾਰੀ। ਤੇ ਇਸਤਰੀ ਲਾਂਭੇ ਹੋਵੇ, ਉਹ ਕਈ ਪੁਰਸ਼ਾਂ ਦੀਆਂ ਆਵਾਜ਼ਾਂ ਵਿੱਚੋਂ ਆਪਣੇ ਪਤੀ ਦੀ ਆਵਾਜ਼ ਨੂੰ ਪਛਾਣ ਲੈਂਦੀ ਹੈ ਜੀ। ਆ ਮੇਰਾ ਘਰ ਵਾਲਾ ਬੋਲ ਰਿਹਾ ਹੈ, ਇਹ ਆਵਾਜ਼ ਮੇਰੇ ਪਤੀ ਦੀ ਹੈ। ਇਸਤਰੀ ਨੂੰ ਪਤਾ ਲੱਗ ਜਾਂਦਾ ਹੈ। ਹਾਂਜੀ। ਤਿਮ ਪੋਥੀ ਪਰਤੇ ਗੁਰਬੈਨ, ਲਿਖੇ ਪਛਾਨ ਚਤੁਰ ਗੁਰ ਜੈਨ। ਇਸੇ ਤਰ੍ਹਾਂ ਹੀ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਨੂੰ ਪਤਾ ਲੱਗ ਗਿਆ ਹੈ ਕਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਤੇ ਕਿਹੜਾ ਗੁਰੂ ਰਾਮਦਾਸ ਜੀ ਦਾ ਹੈ। ਹਾਂਜੀ। ਆਪਰਨ ਕੋ ਜੋ ਸ਼ਬਦ ਬਣਾਏ, ਪਰਖ ਕਰ ਸਰਬ ਹਟਾਏ। ਅੱਛਾ, ਕੁਝ ਉਹਨਾਂ ਪੋਥੀਆਂ ਵਿੱਚ, ਗੱਜ ਕੇ ਆਖੋ ਵਾਹਿਗੁਰੂ। ਹੋ ਸਕਦਾ ਕੋਈ ਐਸੇ ਸ਼ਬਦ ਹੋਣ ਜਾਂ ਉਹਨਾਂ ਪੋਥੀਆਂ ਤੋਂ ਇਲਾਵਾ ਵੀ ਕੁਝ ਸ਼ਬਦ ਜਿਹੜੇ ਪ੍ਰਚਲਿਤ ਸਨ, ਭਾਈ ਗੁਰਦਾਸ ਜੀ ਨੇ ਉਹ ਨਹੀਂ ਵਿੱਚ ਲਿਖੇ ਜੀ, ਜਿਹਨੂੰ ਆਪਾਂ ਕੱਚੀ ਵੀ ਕਹਿ ਸਕਦੇ ਹਾਂ। ਕਿਉਂ? ਸੱਚੀ ਬਾਣੀ, ਪੂਰੀ ਬਾਣੀ ਉਹੋ ਹੀ ਹੈ ਜਿਹੜੀ ਪੂਰੇ ਗੁਰੂ ਦੇ ਮੁਖੋਂ ਆਈ ਹੈ ਜੀ। ਜਾਂ ਫਿਰ ਉਹਨਾਂ ਪੁਰਸ਼ਾਂ ਦੇ ਮੁਖ ਵਿੱਚ ਆਈ ਹੈ ਜਿਨ੍ਹਾਂ ਦੇ ਅੰਦਰ ਮੇਰਾ ਵਾਹਿਗੁਰੂ ਆਪ ਵਸ ਗਿਆ ਹੈ। ਭਗਤਾਂ ਦੇ ਮੁਖ ਤੇ ਆਈ ਹੈ, ਭੱਟਾਂ ਦੇ ਮੁਖ ਤੇ ਆਈ ਹੈ, ਸਿੱਖਾਂ ਦੇ ਮੁਖ ਤੇ ਆਈ ਹੈ। ਪਰ ਕੁਝ ਅਧੂਰੇ ਵੀ ਬਾਣੀ ਜਿਹੜੀ ਰਚਦੇ ਸਨ, ਭਾਈ ਗੁਰਦਾਸ ਜੀ ਨੇ ਉਹ ਵੱਖਰੀ ਕਰ ਦਿੱਤੀ ਜੀ। ਹਾਂਜੀ। ਇਮ ਕਹਿ ਗਇਓ ਇਕਾਕੀ ਭਏ, ਹਾਂਜੀ। ਭਗਤ ਜੋ ਆਨ ਦਿਖਾਈ ਦਏ। ਗੱਜ ਕੇ ਆਖੋ ਵਾਹ। ਭਾਈ ਗੁਰਦਾਸ ਜੀ ਤੇ ਇਹ ਬਚਨ ਕਰਕੇ ਚਲੇ ਗਏ ਜੀ। ਰਾਤ ਪੈ ਗਈ ਜੀ। ਪਹਿਲਾ ਦਿਨ ਹੈ, ਸੱਚਖੰਡ ਦੇ ਵਿੱਚੋਂ ਭਗਤ ਆਏ ਮਹਾਰਾਜ ਕੋਲ ਜੀ। ਜਿੰਨੇ ਭਗਤ ਨੇ ਨਾ ਸੱਚਖੰਡ ਵਿੱਚੋਂ ਆਏ ਜੀ। ਹਾਂਜੀ। ਜਿਨ ਦੇਖਣ ਤੇ ਹੋਤ ਉਧਾਰਾ, ਜਿਨ੍ਹਾਂ ਨੇ ਰੱਬ ਦੀ ਬੜੀ ਭਗਤੀ ਕੀਤੀ, ਜਿਨ੍ਹਾਂ ਦੇ ਦਰਸ਼ਨ ਕਰਕੇ ਹੀ ਸਾਧ ਸੰਗਤ ਜੀ ਬੰਦੇ ਦਾ ਭਲਾ ਹੋ ਜਾਂਦਾ ਹੈ। ਐਸੇ ਰੱਬ ਦੇ ਭਗਤ ਜਿਹੜੇ ਆ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਜੀ।
ਹਾਂਜੀ। ਸਤਿਗੁਰ ਦੀਨਨ ਕਰ ਪ੍ਰਤਪਾਰਾ। ਮਹਾਰਾਜ ਗਰੀਬ ਨਵਾਜ ਦੀਨਾਂ ਦੀ ਪ੍ਰਤਪਾਲਣਾ ਕਰਨ ਵਾਲੇ ਸੱਚੇ ਪਾਤਸ਼ਾਹ ਬੈਠੇ ਆ। ਸਭ ਭਗਤ ਆ ਗਏ ਜੀ। ਹਾਂਜੀ। ਪਦ ਅਰਬਿੰਦ ਬੰਦਨਾ ਕੀਨਸ। ਤੇ ਰੱਬ ਦੇ ਭਗਤਾਂ ਨੇ ਪਤਾ ਕੀ ਕੀਤਾ ਜੀ? ਮਹਾਰਾਜ ਸੱਚੇ ਪਾਤਸ਼ਾਹ ਨੂੰ ਨਮਸਕਾਰ ਕੀਤੀ ਹੈ ਜੀ। ਦੋ ਗੱਲਾਂ ਨੇ। ਭਾਵੇਂ ਭਗਤ ਰੱਬ ਦਾ ਰੂਪ ਬਣੇ ਹੋਏ ਨੇ, ਪਰ ਚੇਤਾ ਰੱਖਿਓ ਗੁਰੂ ਅਰਜਨ ਦੇਵ ਮਹਾਰਾਜ ਆਪ ਪਰਮੇਸ਼ਰ ਹਨ ਜੀ। ਸਤਿਗੁਰ ਦਿਓ ਪ੍ਰਤੱਖ ਹਰ ਮੂਰਤ। ਭਗਤਾਂ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਆ ਕੇ ਜੀ। ਹਾਂਜੀ। ਦਰਸ ਬਿਲੋਕ ਪ੍ਰੇਮ ਚਿਤ ਭੀਨਸ। ਤੇ ਆਈ ਜਾਣ, ਨਮਸਕਾਰ ਕਰੀ ਜਾਣ ਤੇ ਬੈਠੀ ਜਾਣ ਜੀ। ਉਹਨਾਂ ਦੇ ਆਉਂਦਿਆਂ ਹੀ ਖੁਸ਼ਬੂਆਂ ਆਉਣੀਆਂ ਸ਼ੁਰੂ ਹੋ ਗਈਆਂ ਜੀ। ਮਹਾਰਾਜ ਦੇ ਦਰਸ਼ਨ ਕਰਕੇ ਬਹੁਤ ਆਨੰਦ ਹੋਇਆ ਜੀ ਉਹਨਾਂ ਨੂੰ। ਹਾਂਜੀ। ਸਭ ਠਾਡੇ ਹੋਏ ਸਤੁਤ ਉਚਾਰੀ। ਸਾਰੇ ਭਗਤ ਨਾ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਤੇ ਉਸਤਤ ਕਰਨ ਲੱਗ ਪਏ ਜੀ। ਹਾਂਜੀ। ਪਾਰ ਬ੍ਰਹਮ ਤੁਮ ਨਰ ਤਨ ਧਾਰੀ। ਤੇ ਪਤਾ ਕੀ ਕਹਿਣ ਲੱਗੇ ਗੁਰੂ ਸਾਹਿਬ ਨੂੰ? ਕਹਿੰਦੇ ਮਹਾਰਾਜ ਤੁਸੀਂ ਮਹਾਰਾਜ ਆਪ ਪਰਮੇਸ਼ਰ ਤੇ ਮਨੁੱਖ ਵਾਲਾ ਸਰੀਰ ਧਾਰਨ ਕਰਕੇ ਧਰਤੀ ਤੇ ਆਏ ਹੋ। ਤੁਸੀਂ ਉਹੋ ਹੀ ਹੋ ਜਿਨ੍ਹਾਂ ਦਾ ਹੀ ਨਾਮ ਜਪਿਆ ਕਹਿਣ ਲੱਗੇ। ਹੁਣ ਇਹਨਾਂ ਚੋਂ ਕੁਝ ਭਗਤ ਐਸੇ ਆਏ ਜਿਹੜੇ ਸਦੀਆਂ ਪਹਿਲਾਂ ਹੋ ਗਏ ਜੀ। ਸੰਗਤ ਜੀ 12ਵੀਂ ਸਦੀ ਚ ਬਾਬਾ ਫਰੀਦ ਸਾਹਿਬ ਜੀ ਹੋਏ ਨੇ। 12ਵੀਂ ਸਦੀ ਚ ਜੀ। ਤੇ ਜਦੋਂ ਦਾ ਇਹ ਪ੍ਰਸੰਗ ਹੈ ਉਦੋਂ 15ਵੀਂ ਸਦੀ ਸੀਗੀ ਜੀ। ਉਹ ਐਸੇ ਭਗਤ ਵੀ ਆਏ ਨੇ, ਕਹਿੰਦੇ ਮਹਾਰਾਜ ਤੁਸੀਂ ਉਹੋ ਹੀ ਜਿਨ੍ਹਾਂ ਦਾ ਅਸੀਂ ਨਾਮ ਜਪਦੇ ਰਹੇ ਹਾਂ। ਹਾਂਜੀ। ਘੋਰ ਜਾਨ ਕਲ ਯੁਗ ਕੋ ਕਾਲਾ। ਕਲ ਯੁਗ ਦੇ ਭਿਆਨਕ ਸਮੇਂ ਨੂੰ ਤੁਸੀਂ ਜਾਣ ਕੇ ਆਪ ਅਵਤਰੇ ਪ੍ਰਭੂ ਕਿਰਪਾਲਾ। ਮਹਾਰਾਜ ਤੁਸੀਂ ਆਪ ਅਵਤਾਰ ਧਾਰਨ ਕੀਤਾ ਜੀ। ਹਾਂਜੀ। ਭਗਤ ਵਸ਼ਲ ਬਸ ਪ੍ਰੇਮ ਗੋਸਾਈ। ਸ਼੍ਰੀ ਅਰਜਨ ਪੰਚਮ ਤਨ ਪਾਈ। ਮਹਾਰਾਜ ਅਸੀਂ ਭਗਤ ਹਾਂ, ਸਾਨੂੰ ਰੱਬ ਨੇ ਭਗਤਾਂ ਦਾ ਖਿਤਾਬ ਦਿੱਤਾ, ਪਰ ਸਾਨੂੰ ਪਤਾ ਹੈ ਜੇ ਅਸੀਂ ਭਗਤ ਹਾਂ ਤੇ ਤੁਸੀਂ ਭਗਤ ਵੱਛਲ ਹੋ। ਮਹਾਰਾਜ ਭਗਤ ਵੱਛਲ ਦਾ ਕੀ ਭਾਵ ਹੈ? ਭਗਤਾਂ ਦਾ ਪਿਆਰਾ। ਭਗਤਾਂ ਦਾ ਪਿਆਰਾ। ਮਹਾਰਾਜ ਤੁਸੀਂ ਸਾਡੀ ਜਿੰਦ ਜਾਨ ਹੋ ਸੱਚੇ ਪਾਤਸ਼ਾਹ। ਹਾਂਜੀ। ਭੁਜੰਗ ਛੰਦ ਮਹਾਰਾਜ ਰਾਜਨ ਰਾਜਾ ਬਿਰਾਜੋ। ਸਭ ਭਗਤਾਂ ਨੇ ਮਹਾਰਾਜ ਦੀ ਸਿਫਤ ਕੀਤੀ ਜੀ। ਕੀ ਕਹਿੰਦੇ? ਮਹਾਰਾਜ ਆਪ ਮਹਾਰਾਜਿਆਂ ਦੇ ਵੀ ਰਾਜੇ ਹੋ। ਇਸ ਸੰਸਾਰ ਵਿੱਚ ਸੰਗਤ ਜੀ ਕੋਈ ਛੋਟਾ ਮੋਟਾ ਰਾਜਾ ਬਣ ਜੇ ਬੜਾ ਖੁਸ਼ ਹੁੰਦਾ ਜੀ ਉਹ ਜੀ। ਛੋਟਾ ਮੋਟਾ ਰਾਜਾ ਜੀ। ਗੱਜ ਕੇ ਆਖੋ ਵਾਹਿਗੁਰੂ। ਭਗਤ ਮਹਾਰਾਜ ਨੂੰ ਕਹਿ ਰਹੇ ਮਹਾਰਾਜ ਤੁਸੀਂ ਤੇ ਰਾਜਿਆਂ ਦੇ ਰਾਜੇ ਹੋ, ਮਹਾਰਾਜਿਆਂ ਦੇ ਰਾਜੇ ਹੋ। ਹਾਂਜੀ। ਸਭੈ ਲੋਕ ਜਾਂਚੈ ਸੋ ਦਾਤਾ ਸਮਾਜੋ। ਸੱਚੇ ਪਾਤਸ਼ਾਹ ਸਭ ਲੋਕ ਤੁਹਾਡੇ ਕੋਲੋਂ ਹੀ ਮੰਗਦੇ, ਅਸੀਂ ਵੀ ਤੁਹਾਡੇ ਕੋਲੋਂ ਮੰਗਦੇ ਹਾਂ। ਹਾਂਜੀ। ਕਲੀ ਕਾਲ ਮੈਂ ਨਾਮ ਕੋ ਦਾਨ ਦੈ ਹੈ। ਕਲ ਯੁਗ ਦੇ ਵਿੱਚ ਤੁਸੀਂ ਮਹਾਰਾਜ ਨਾਮ ਦੀਆਂ ਦਾਤਾਂ ਦੇਣ ਵਾਲੇ ਚ। ਸੰਗਤ ਜੀ ਭਗਤ ਐਵੇਂ ਨਹੀਂ ਕਹਿ ਰਹੇ, ਭਗਤਾਂ ਨੂੰ ਨਾਮ ਦੀ ਦਾਤ ਦਿੱਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੁਸੀਂ ਭੱਟਾਂ ਦੇ ਸਵਈਏ ਪੜ੍ਹ ਲਓ। ਭੱਟ ਸਾਹਿਬਾਨ ਦੇ ਸਵਈਆਂ ਵਿੱਚ ਆਏਗਾ, ਹੇ ਗੁਰੂ ਰਾਮਦਾਸ ਉਦੋਂ ਅਕਰੂਰ ਸਾਰੇ ਤੁਹਾਨੂੰ ਹੀ ਧਿਆਉਂਦੇ ਨੇ। ਹੁਣ ਉਦੋਂ ਅਕਰੂਰ ਤੇ ਪਹਿਲੇ ਯੁੱਗਾਂ ਚ ਹੋ ਗਏ, ਪਰ ਪਰਮੇਸ਼ਰ ਤੇ ਉਹੋ ਹੀ ਹੈ ਨਾ ਜੀ। ਗੁਰੂ ਰਾਮਦਾਸ ਤਾਂ ਉਹੋ ਹੀ ਹੈ ਨਾ। ਵੱਡੇ ਵੱਡੇ ਭਗਤਾਂ ਦਾ ਨਾਮ ਲੈ ਕੇ ਆਖਿਆ ਮਹਾਰਾਜ ਜਿੰਨਿਆਂ ਨੇ ਅੱਜ ਤੱਕ ਨਾਰਦ ਬਿਆਸ ਧਰੂ ਵਰਗਿਆਂ ਨੇ ਭਗਤੀ ਕੀਤੀ, ਤੁਹਾਡੀ ਕੀਤੀ ਗੁਰੂ ਰਾਮਦਾਸ ਜੀ। ਭੱਟ ਜੀ ਲਿਖਦੇ ਜੀ। ਸੋ ਇਸ ਕਰਕੇ ਕਹਿੰਦੇ ਮਹਾਰਾਜ ਤੁਸੀਂ ਨਾਮ ਦੀਆਂ ਦਾਤਾਂ ਦਿੱਤੀਆਂ ਨੇ, ਉਹ ਨਾਮ ਦੀਆਂ ਦਾਤਾਂ ਦੇਣ ਵਾਲੇ ਤੁਸੀਂ ਹੋ ਸੱਚੇ ਪਾਤਸ਼ਾਹ। ਹਾਂਜੀ। ਅਨੇਕਾਂ ਦਾਸਨ ਕੋ ਤਾਰ ਲੈ ਹੋ। ਆਪਣੇ ਦਾਸਾਂ ਨੂੰ ਤਾਰਨ ਵਾਲੇ ਤੁਸੀਂ ਹੋ। ਜਿਨੇ ਜਿਨੇ ਨਾਮ ਜਪਿਆ ਕਿਹਨੂੰ ਨਹੀਂ ਵਾਹਿਗੁਰੂ ਨੇ ਤਾਰਿਆ, ਕਿਹਨੂੰ ਨਹੀਂ ਗੁਰੂ ਸਾਹਿਬ ਨੇ ਤਾਰਿਆ ਜੀ। ਗਨਕਾ ਵਰਗੀ ਨੇ ਨਾਮ ਜਪਿਆ, ਮਹਾਰਾਜ ਨੇ ਤਾਰ ਦਿੱਤਾ ਜੀ ਉਹਨੂੰ ਜੀ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਹਾਂਜੀ।
ਮਹਾ ਸਿੰਧ ਬੰਨ੍ਹੀ ਦਜੈ ਮੂੜ ਮਾਨੀ। ਹਾਂਜੀ, ਤੂੰ ਹੀ ਏਕ ਰਾਖਾ ਕਿਰਪਾ ਜੇ ਠਾਨੀ। ਸੱਚੇ ਪਾਤਸ਼ਾਹ ਇਸ ਸੰਸਾਰ ਵਿੱਚੋਂ, ਮਹਾ ਅਗਨੀ ਵਿੱਚੋਂ, ਮੂਰਖ ਤੇ ਘਮੰਡੀਆਂ ਦੇ ਵਿੱਚੋਂ ਬਚਾਉਣ ਵਾਲੇ ਤੁਸੀਂ ਹੋ ਮਹਾਰਾਜ। ਤੁਸੀਂ ਸਾਡੇ ਰਾਖੇ ਹੋ, ਤੁਸੀਂ ਸਾਡੇ ਮਾਲਕ ਹੋ। ਗੁਰਮੁਖੋ, ਇਹਨਾਂ ਭਗਤਾਂ ਨੇ ਬੜੀ ਭਗਤੀ ਕੀਤੀ ਹੈ। ਇਹਨਾਂ ਵਿੱਚ ਨਾਮਦੇਵ ਜੀ ਆਏ ਨੇ, ਜਿਨ੍ਹਾਂ ਦੇ ਅੱਗੇ ਸਾਧ ਸੰਗਤ ਜੀ ਰਾਜੇ ਨੇ ਗਾਂ ਮਾਰ ਕੇ ਸੁੱਟ ਦਿੱਤੀ ਸੀ। ਕਿਹਾ ਸੀਗਾ 7 ਪਹਿਰਾਂ ਦੇ ਵਿੱਚ, ਵਾਹਿਗੁਰੂ 7 ਘੜੀਆਂ ਦੇ ਵਿੱਚ ਇਹ ਗਾਂ ਜਿੰਦੀ ਕਰ ਦੇ। ਨਾਮਦੇਵ ਜੀ ਬੈਠੇ ਆਪਣੇ ਮਾਲਕ ਦੀ ਯਾਦ 'ਚ, ਰਾਜੇ ਨੂੰ ਕਹਿਣ ਲੱਗੇ, ਰਾਜੇ, ਗਾਂ ਨੂੰ ਮਾਰਨਾ ਤੇ ਪੈਦਾ ਜਿਉਂਦੀ ਕਰਨਾ ਇਹ ਮੇਰੇ ਹੱਥ ਵਿੱਚ ਨਹੀਂ ਹੈਗਾ, ਮੇਰੇ ਮਾਲਕ ਦੇ ਹੱਥ ਵਿੱਚ ਹੈਗਾ। ਰਾਜਾ ਕਹਿੰਦਾ ਜੇ ਤੂੰ ਭਗਤਿਆਂ ਤੇ ਕਰ ਜਿਉਂਦੀ। ਭਗਤ ਜੀ ਨਾਮ ਹੀ ਜਪਦੇ ਰਹੇ ਜੀ। ਸ੍ਰੀ ਪਰਮੇਸ਼ਰ ਜੀ ਦੇ ਚਰਨਾਂ 'ਚ ਜੋੜਿਆ ਧਿਆਨ, ਤੇ ਸ੍ਰੀ ਪਰਮੇਸ਼ਰ ਜੀ ਪ੍ਰਤਾਖੀ ਸਾਹਮਣੇ ਆ ਕੇ ਖਲੋ ਗਏ ਜੀ। ਬਾਣੀ ਚ ਆਉਂਦਾ ਜੀ, ਗਰੁੜ ਚੜੇ ਗੋਬਿੰਦਾ ਆਏਲਾ। ਪੁੱਛਦੇ ਨਾਮਦੇਵ, ਦੱਸ ਧਰਤੀ ਪੁੱਠੀ ਕਰ ਦਈਏ ਜੇ ਤੂੰ ਆਖੇ ਤੇ? ਜੇ ਤੂੰ ਕਹਿਣਾ ਤੇ ਮਰੀ ਹੋਈ ਗਾਂ ਜਿਉਂਦੀ ਕਰ ਦਈਏ? ਦੱਸ ਕੀ ਕੰਮ ਹੈਗਾ? ਭਗਤ ਜੀ ਕਹਿੰਦੇ ਮਹਾਰਾਜ ਗਾਂ ਦੀ ਗੱਲ ਹੀ ਹੈਗੀ ਹੈ, ਗਾਂ ਹੀ ਜਿਉਂਦੀ ਕਰ ਦਿਓ, ਧਰਤੀ ਕਿਉਂ ਪੁੱਠੀ ਕਰਨੀ ਹੈ? ਆਖੋ ਵਾਹਿਗੁਰੂ। ਤੇ ਫਿਰ ਸਾਧ ਸੰਗਤ ਜੀ, ਪਰਮੇਸ਼ਰ ਜੀ ਨੇ ਗਾਂ ਕਰਕੇ ਨਾ ਜਿਉਂਦੀ, ਭਗਤ ਜੀ ਨੇ ਉਸ ਗਾਂ ਦਾ ਦੁੱਧ ਚੋ ਕੇ ਰਾਜੇ ਨੂੰ ਭੇਟਾ ਕੀਤਾ। ਕਹਿਣ ਲੱਗੇ ਲੈ, ਇਹ ਭਗਤ ਐਵੇਂ ਨਹੀਂ ਕਹਿ ਰਹੇ, ਕਹਿੰਦੇ ਹੇ ਮਹਾਰਾਜ ਗੁਰੂ ਅਰਜਨ ਸਾਹਿਬ ਪਰਮੇਸ਼ਰ ਜੀ ਤੁਸੀਂ ਸਾਡੇ ਰਾਖੇ ਹੋ। ਕਹਿਣ ਲੱਗੇ ਹਾਂਜੀ, ਮਹਾ ਸਿੰਧ ਬੰਨ੍ਹੀ ਦਜੈ ਮੂੜ ਮਾਨੀ। ਤੂੰ ਹੀ ਏਕ ਰਾਖਾ ਕਿਰਪਾ ਜੇ ਠਾਨੀ। ਮਹਾਰਾਜ ਮਹਾ ਅੱਗ, ਆ ਸੰਸਾਰ ਜਿਹੜਾ ਭਿਆਨਕ ਅੱਗ ਵਾਲਾ ਹੈ, ਇਹ ਅੱਗ ਮੂਰਖਾਂ ਤੇ ਘਮੰਡੀਆਂ ਨੂੰ ਸਾੜਦੀ ਹੈ। ਸਾਨੂੰ ਇਸ ਅੱਗ ਤੋਂ ਬਚਾਉਣ ਵਾਲੇ ਤੁਸੀਂ ਹੋ ਮਹਾਰਾਜ। ਹਾਂਜੀ, ਸੋ ਪੰਥੰ ਸੁਖੇ ਨੰਗ ਦਿਖਾਵੋ ਸੰਦੇਹਾ। ਬਿਕਾਰੰ ਬੇਦਾਰੋ ਜਪੈ ਨਾਸ਼ ਮੋਹਾ। ਗਰੀਬ ਨਵਾਜ ਸੱਚੇ ਪਾਤਸ਼ਾਹ, ਸਾਨੂੰ ਆਪਣਾ ਮਾਰਗ ਵਿਖਾਇਆ ਵੀ ਤੁਸਾਂ ਆਪ ਹੀ ਹੈ, ਸਾਨੂੰ ਉਸ ਮਾਰਗ ਤੇ ਤੋਰਿਆ ਵੀ ਤੁਸਾਂ ਆਪ ਹੀ ਹੈ। ਤੇ ਮਹਾਰਾਜ ਸਾਡੇ ਅੰਦਰੋਂ ਵਿਕਾਰਾਂ ਨੂੰ ਮਾਰਨ ਵਾਲੇ ਵੀ ਤੁਸੀਂ ਆਪ ਹੋ, ਤੇ ਨਾਮ ਜਪਾਉਣ ਵਾਲੇ ਵੀ ਤੁਸੀਂ ਆਪ ਹੀ ਹੋ। ਕਹਿਣ ਲੱਗੇ ਹਾਂਜੀ, ਤੂੰ ਹੀ ਬ੍ਰਹਮ ਗਿਆਨੀ ਬ੍ਰਹਮੰ ਰੂਪ ਤੇਰੋ। ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ, ਬ੍ਰਹਮ ਗਿਆਨੀ ਵੀ ਤੁਸੀਂ ਚ, ਤੇ ਮਹਾਰਾਜ ਬ੍ਰਹਮ ਰੂਪ ਵੀ ਤੁਸੀਂ ਹੋ। ਭਾਵ ਰੱਬ ਵੀ ਤੁਸੀਂ ਆਪ ਹੋ, ਤੇ ਜਿਹਨੇ ਰੱਬ ਨੂੰ ਪਾਇਆ ਉਹ ਵੀ ਤੁਸੀਂ ਆਪ ਹੀ ਹੋ। ਹਾਂਜੀ, ਤੂੰ ਹੀ ਏਕ ਈਸ਼ੰ ਸਭੈ ਲੋਕ ਚੇਰੋ। ਸਾਨੂੰ ਪਤਾ ਹੈ ਸੱਚੇ ਪਾਤਸ਼ਾਹ ਗਰੀਬ ਨਵਾਜ, ਇਸ ਧਰਤੀ ਦੇ ਈਸ਼ਵਰ ਤੁਸੀਂ ਹੋ, ਤੇ ਸਭ ਲੋਕ ਤੁਹਾਡੇ ਹੀ ਚੇਲੇ ਨੇ ਜੀ। ਹਾਂਜੀ, ਤੂੰ ਹੀ ਏਕ ਰੂਪੰ ਤੂੰ ਹੀ ਰੂਪ ਨਾਨਾ। ਹੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ, ਤੁਸੀਂ ਹੀ ਇੱਕ ਰੂਪ ਹੋ ਕੇ ਸਾਰਿਆਂ ਦੇ ਵਿੱਚ ਵਿਚਰੇ ਹੋਏ ਹੋ। ਬਾਹਰੀ ਰੂਪ 'ਚ ਸਾਰੇ ਵੱਖੋ ਵੱਖਰੇ ਨਜ਼ਰ ਆਉਂਦੇ, ਇਹ ਵੀ ਤੁਹਾਡੇ ਰੂਪ ਨੇ ਸਾਰੇ ਜੀ। ਹਾਂਜੀ, ਤੂੰ ਹੀ ਜੀਵ ਕਾ ਦੇ ਕਰੈ ਜੀਵ ਖਾਨਾ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ, ਇਸ ਸੰਸਾਰ ਤੇ ਜੀਵਾਂ ਨੂੰ ਰੋਜੀ ਵੀ ਦੇਣ ਵਾਲੇ ਤੁਸੀਂ ਹੋ, ਮਰਦੇ ਵੀ ਸਭ ਤੁਹਾਡੇ ਹੁਕਮ ਵਿੱਚ ਹੀ ਨੇ ਜੀ। ਹਾਂਜੀ, ਕਰੀ ਸੇਵ ਹੇਰੋ ਕਰਾਮਾਤ ਦਾਨੀ। ਰੋਜੀ ਵੀ ਤੁਸੀਂ ਦਿੰਦੇ ਹੋ, ਖਾਂਦੇ ਵੀ ਸਭ ਤੁਹਾਡੇ ਹੁਕਮ 'ਚ ਨੇ। ਸੰਗਤ ਜੀ, ਜੇ ਵਾਹਿਗੁਰੂ ਦਾ ਹੁਕਮ ਨਾ ਹੋਵੇ ਬੰਦਾ ਰੋਟੀ ਨਹੀਂ ਤੇ ਖਾ ਸਕਦਾ ਜੀ, ਪ੍ਰਸ਼ਾਦਾ ਨਹੀਂ ਛਕ ਸਕਦਾ ਜੀ। ਸਾਹਮਣੇ ਪਿਆ ਹੋਵੇ ਰੋਗੀ ਬੰਦਾ ਛਕ ਸਕਦਾ ਜੀ? ਇਹ ਵਾਹਿਗੁਰੂ ਦਾ ਹੁਕਮ ਹੋਵੇ ਫੇਰ ਹੀ ਛਕਿਆ ਜਾਂਦਾ ਜੀ। ਸਭ ਤੁਹਾਡਾ ਹੀ ਹੁਕਮ ਵਰਤਦਾ। ਤੂੰ ਹੀ ਸੇਵ ਹੇਰੋ ਕਰਾਮਾਤ ਦਾਨੀ। ਮਹਾਰਾਜ ਕੀਤੀ ਹੋਈ ਸੇਵਾ ਵੇਖਦੇ ਹੋ ਤੇ ਕਰਾਮਾਤਾਂ ਦਿੰਦੇ, ਕੀਤੀ ਹੋਈ ਸੇਵਾ ਦਾ ਫਲ ਵੀ ਤੁਸੀਂ ਦਿੰਦੇ ਹੋ। ਹਾਂਜੀ, ਗੁਣਅਗਿਅੰ ਸਰਬਅਗਿਅੰ ਕਿਰਤਾਗਿਅੰ ਪਰਮਾਨੀ। ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਹੀ ਮਹਾਨ ਗੁਣੀ ਹੋ, ਸਰਬ ਗੁਣਾਂ ਦੇ ਗਿਆਤੇ ਹੋ ਮਹਾਰਾਜ, ਸਰਬੱਗੇ ਹੋ, ਸਭ ਕੁਝ ਕਰਨ ਵਾਲੇ ਹੋ, ਕਿਰਤੱਗਿਅੰ ਕਿਰਤਾਰਥ ਕਰਨ ਵਾਲੇ ਹੋ। ਸੱਚੇ ਪਾਤਸ਼ਾਹ ਹਰ ਪ੍ਰਕਾਰ ਨਾਲ ਤੁਸੀਂ ਸਾਡੇ ਮੁਖੀ ਹੋ ਮਹਾਰਾਜ। ਕੌਣ ਕਹਿ ਰਿਹਾ ਜੀ?
ਸੱਚਖੰਡ ਵਿੱਚੋਂ ਭਗਤ ਆ ਕੇ ਕਹਿ ਰਹੇ ਨੇ। ਹਾਂਜੀ, ਅਮਾਨੰ ਸਮਾਨੰ ਸਮਾਨੰ ਬ੍ਰਿਤੀ ਹੈ। ਆਦਰ ਨਿਰਾਦਰ ਵਿੱਚ ਤੁਹਾਡੀ ਬਿਰਤੀ ਇੱਕ ਸਮਾਨ ਰਹਿੰਦੀ ਮਹਾਰਾਜ। ਹਾਂਜੀ, ਉਦਾਰੰ ਅਪਾਰੰ ਨ ਕੈਸੇ ਮਿਤੀ ਹੈ। ਸੱਚੇ ਪਾਤਸ਼ਾਹ ਆਪ ਉਦਾਰ ਚਿੱਤ ਹੋ। ਸੱਚੇ ਪਾਤਸ਼ਾਹ ਮਹਾਰਾਜ ਤੁਸੀਂ ਕਿੰਨੇ ਦਿਆਲੂ ਹੋ, ਤੁਹਾਡੀ ਕੋਈ ਹੱਦ ਨਹੀਂ ਹੈਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਭਗਤ ਸੈਣ ਜੀ ਵਰਗੇ, ਭਗਤ ਬੇਣੀ ਜੀ ਵਰਗੇ ਮਹਾਂਪੁਰਖ ਗੁਰੂ ਅਰਜਨ ਸਾਹਿਬ ਜੀ ਨੂੰ ਕਹਿ ਰਹੇ ਜੀ। ਹਾਂਜੀ, ਤੁਹੀਂ ਦੀਨ ਬੰਧੂ ਦਇਆਵਾਨ ਦਾਤਾ। ਮਹਾਰਾਜ ਗਰੀਬਾਂ ਦੇ ਰਖਵਾਲੇ ਤੁਸੀਂ ਹੋ। ਵਾਹਿਗੁਰੂ ਨੇ ਕੀਤੀ ਰਾਖੀ ਭਗਤਾਂ ਦੀ ਤੇ ਕਹਿ ਰਹੇ ਨੇ ਜੀ। ਵੇਖੋ ਸੰਗਤ ਜੀ, ਇਹ ਆਮ ਬੋਲ ਨਹੀਂ ਹੈਗੇ, ਇਹ ਭਗਤਾਂ ਨੇ ਆਪਣੇ ਤਨ ਤੇ ਹੰਢਾਏ ਹੋਏ ਬੋਲ ਨੇ ਜੀ। ਹਾਂਜੀ, ਪਾਏ ਬੰਸ ਬੇਦੀਨ ਬੀਚੈ ਬਖਿਆਤਾ। ਸੱਚੇ ਪਾਤਸ਼ਾਹ ਪਹਿਲਾਂ ਤੁਸੀਂ ਬੇਦੀਆਂ ਦੇ ਘਰ ਵਿੱਚ ਆਏ। ਹਾਂਜੀ, ਪੁਨੰ ਅੰਦੰ ਅਗਨ ਰੂਪ ਹੋਏ ਗੋਸਾਈ। ਤੇ ਗੁਰੂ ਨਾਨਕ ਸਾਹਿਬ ਤੁਹਾਡਾ ਨਾਮ ਸੀ। ਫਿਰ ਮਹਾਰਾਜ ਤੁਸੀਂ ਅੰਗਦੰ ਰੂਪ ਹੋਏ ਗੁਸਾਈ, ਤੁਸੀਂ ਫਿਰ ਗੁਰੂ ਅੰਗਦ ਦੇਵ ਮਹਾਰਾਜ ਬਣ ਗਏ। ਹਾਂਜੀ, ਪਿਤਾ ਮੋਹਰੀ ਕੇ ਤ੍ਰਿਤੀ ਦੇਹ ਗਾਈ। ਫਿਰ ਤੁਸੀਂ ਬਾਬੇ ਮੋਹਰੀ ਦੇ ਪਿਤਾ ਬਣ ਗਏ, ਭਾਵ ਗੁਰੂ ਅਮਰਦਾਸ ਸਾਹਿਬ ਜੀ ਦਾ ਰੂਪ ਧਾਰਿਆ। ਹਾਂਜੀ, ਗੁਰੂ ਰਾਮਦਾਸੰ ਪ੍ਰਕਾਸ਼ੇ ਬਹੋਰੀ। ਫਿਰ ਮਹਾਰਾਜ ਤੁਸੀਂ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਜਗਤ ਵਿੱਚ ਪ੍ਰਕਾਸ਼ ਲਿਆ। ਹਾਂਜੀ, ਪਾਏ ਪੰਚਮੇ ਆਪ ਰੂਪੰ ਬਹੋਰੀ। ਹੁਣ ਗੁਰੂ ਅਰਜਨ ਦੇਵ ਮਹਾਰਾਜ ਤੁਸੀਂ ਪੰਜਵਾਂ ਰੂਪ ਧਾਰਨ ਕਰਕੇ ਬੈਠੇ ਹੋ ਇੱਥੇ। ਹਾਂਜੀ, ਸਦਾ ਸ਼ਾਂਤ ਚਿਤੰ ਸ਼ਿਮਾਵੰਤ ਧੀਰੰ। ਸਦਾ ਸ਼ਾਂਤ ਰਹਿੰਦੇ ਹੋ ਮਹਾਰਾਜ। ਤੁਹਾਡੇ ਵਰਗਾ ਧੀਰਜਵਾਨ ਕੋਈ ਨਹੀਂ, ਮਾਫੀ ਕਰਨ ਵਾਲਾ ਤੁਹਾਡੇ ਵਰਗਾ ਕੋਈ ਨਹੀਂ। ਹਾਂਜੀ, ਰਸੰ ਏਕ ਬ੍ਰਿਤੀ ਅਬੈਰੰ ਅਪੀਰੰ। ਸੱਚੇ ਪਾਤਸ਼ਾਹ ਆਪ ਜੀ ਦੀ ਬਿਰਤੀ ਇੱਕ ਰਸ ਟਿਕੀ ਹੋਈ ਹੈ। ਅਬੈਰੰ ਅਪੀਰੰ, ਕਿਸੇ ਨਾਲ ਤੁਹਾਡਾ ਵੈਰ ਨਹੀਂ ਹੈਗਾ। ਤੇ ਸੱਚੇ ਪਾਤਸ਼ਾਹ ਤੁਸੀਂ ਨਿਰਭਉ ਹੋ, ਨਿਰਵੈਰ ਹੋ। ਹਾਂਜੀ, ਜਨੰ ਸਤ ਨਾਮੰ ਕਿਰਪਾ ਠਾਨ ਦੀਨੰ। ਮਹਾਰਾਜ ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਜੇ ਉਹਨਾਂ ਨੂੰ ਨਾਮ ਦੇ ਦਿੰਦੇ ਹੋ। ਗੱਜ ਕੇ ਆਖੋ ਵਾਹਿਗੁਰੂ। ਹੇ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੀ ਸਭ ਤੋਂ ਵੱਡੀ ਕਿਰਪਾ ਕੀ ਹੈ? ਜਿਸ ਉੱਤੇ ਆਪ ਕਿਰਪਾ ਕਰਦੇ ਹੋ ਮਹਾਰਾਜ, ਉਹਨੂੰ ਸਤਨਾਮ ਸ੍ਰੀ ਵਾਹਿਗੁਰੂ, ਉਹਨੂੰ ਨਾਮ ਦੀ ਦਾਤ ਦਿੰਦੇ ਹੋ। ਹਾਂਜੀ, ਦੋ ਲੋਕ ਕੋ ਤਰਾਸ ਕੀਨੰ ਸੋਹੀਨੰ। ਦੋਨਾਂ ਲੋਕਾਂ ਵਿੱਚ, ਲੋਕ ਤੇ ਪਰਲੋਕ ਦਾ ਡਰ ਜਿਹੜਾ ਉਹ ਤੁਸੀਂ ਬੰਦੇ ਦਾ ਦੂਰ ਕਰ ਦਿੰਦੇ ਹੋ। ਹਾਂਜੀ, ਲਖੈ ਨਾਹੇ ਤੋ ਕੋ ਪ੍ਰਮਮ ਧਾਰ ਮੂੜਾ। ਮੂਰਖ ਮਨੁੱਖ ਭਰਮਾਂ ਵਿੱਚ ਪੈ ਕੇ ਤੁਹਾਨੂੰ ਬੰਦਾ ਹੀ ਸਮਝ ਰਹੇ ਨੇ, ਮਨੁੱਖ ਸਮਝ ਰਹੇ ਨੇ। ਹਾਂਜੀ, ਮਹਾ ਸੂਖਮੰ ਰੂਪ ਗੂಢਾਨ ਗੂੜਾ। ਪਰ ਤੁਹਾਡਾ ਮਹਾ ਸੂਖਮ ਰੂਪ ਜਿਹੜਾ ਉਹ ਗੁੱਜਿਆਂ ਤੋਂ ਵੀ ਗੁੱਜਾ ਹੈ। ਗੱਜ ਕੇ ਆਖੋ ਵਾਹਿਗੁਰੂ। ਇੱਕ ਹੁੰਦਾ ਗੁੱਜਾ, ਕੋਈ ਪਛਾਣ ਨਹੀਂ ਸਕਦਾ। ਇੱਕ ਹੁੰਦਾ ਗੁੱਜਿਆਂ ਤੋਂ ਵੀ ਗੁੱਜਾ। ਬਾਹਰੀ ਤੌਰ ਤੇ ਤੁਹਾਨੂੰ ਮਨੁੱਖ ਰੂਪ ਕਰਕੇ ਲੋਕ ਵੇਖਦੇ ਆ, ਅਸਲੀ ਰੂਪ ਜਿਹੜਾ ਤੁਹਾਡਾ ਉਹ ਗੁੱਜਿਆਂ ਤੋਂ ਵੀ ਗੁੱਜਾ ਹੈ। ਅਸਲੀ ਰੂਪ ਕਿਹੜਾ? ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪਰਤਖ ਹਰ। ਹਾਂਜੀ, ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਭਗਤ ਸਾਰੇ ਮਹਾਰਾਜ ਨੂੰ ਕਹਿ ਰਹੇ, ਮਹਾਰਾਜ ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਜੈ ਹੋਵੇ। ਨਮਸਤੰ 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 ਬਿਲੰਦੋ। ਹੇ ਸੱਚੇ ਪਾਤਸ਼ਾਹ, ਚੰਦ ਮੁਖ ਵਾਲੇ ਸੱਚੇ ਪਾਤਸ਼ਾਹ, ਆਨੰਦ ਸਰੂਪ ਸੱਚੇ ਪਾਤਸ਼ਾਹ, ਆਪ ਜੀ ਨੂੰ ਸਾਡੀ ਨਮਸਕਾਰ ਹੈ। ਆਪ ਜੀ ਨੂੰ ਸਾਡੀ ਨਮਸਕਾਰ ਹੈ। ਆਪ ਜੀ ਨੂੰ ਸਾਡੀ ਨਮਸਕਾਰ ਹੈ। ਸੁਧਾ ਬਾਕ ਬਕਰੰਤੰ ਸੋ ਚੰਦੇ ਮਿਨੰਦੋ। ਹੇ ਗਰੀਬ ਨਵਾਜ ਸੱਚੇ ਪਾਤਸ਼ਾਹ, ਸੁਧਾ ਬਾਗ ਬਕਤਰੰ ਸੋ ਚੰਦੈ ਮਨਿੰਦੋ। ਤੁਹਾਡੇ ਮੁਖ ਚੋਂ ਜਿਹੜੇ ਬੋਲ ਨੇ ਉਹ ਮਹਾਰਾਜ ਅੰਮ੍ਰਿਤ ਵਾਲੇ ਨੇ। ਹਾਂਜੀ, ਹਿਰਦੈ ਨਾਮ ਬਾਸੈ ਬਰੰਦੈ ਗੋਬਿੰਦੋ। ਹੇ ਵਰਦਾਤੇ ਗੋਬਿੰਦ ਸੱਚੇ ਪਾਤਸ਼ਾਹ, ਆਪ ਜੀ ਦੇ ਹਿਰਦੇ 'ਚ ਸਦਾ ਇੱਕ ਰਸ ਨਾਮ ਚੱਲਦਾ ਰਹਿੰਦਾ ਹੈ। ਇਸ ਤਰੀਕੇ ਨਾਲ ਭਗਤ ਆਏ ਹਨ, ਭਗਤ ਮਹਾਰਾਜ ਜੀ ਦੀ ਸਿਫਤ ਕਰ ਰਹੇ ਹਨ। ਬੜੇ ਧਿਆਨ ਨਾਲ ਸੁਣਿਓ ਦੁਬਾਰਾ।
ਮਹਾਰਾਜ ਰਾਜਨ ਰਾਜਾ ਬਿਰਾਜੋ, ਸਭੈ ਲੋਕ ਜਾਚੈ ਸੋ ਦਾਤਾ ਸਮਾਜੋ। ਕਲੀ ਕਾਲ ਮੈਂ ਨਾਮ ਕੋ ਦਾਨ ਦੇਹੋ, ਅਨੇਕਾਨ ਦਾਸਨ ਕੋ ਤਾਰ ਲੈਹੋ। ਇਹ ਭਗਤ ਜੀ ਬੋਲ ਰਹੇ ਨੇ। ਮਹਾ ਸਿੰਧ ਬੰਨੀ ਦਜੈ ਮੂੜ ਮਾਨੀ, ਤੂੰ ਹੀ ਏਕ ਰਾਖਾ ਕਿਰਪਾ ਜਾਹੇ ਠਾਨੀ। ਸੋ ਪੰਥੰ ਸੁਖੇਨੰ ਦਿਖਾਵੋ ਸੰਦੇਹਾ, ਬੇਕਾਰੰ ਬੇਦਾਰੋ ਜਪੇ ਨਾਸ਼ ਮੋਹਾ। ਤੂੰ ਹੀ ਬ੍ਰਹਮ ਗਿਆਨੀ ਬ੍ਰਹਮੰ ਰੂਪ ਤੇਰੋ, ਤੂੰ ਹੀ ਏਕ ਈਸ਼ੰ ਸਭੈ ਲੋਕ ਚੇਰੋ। ਤੂੰ ਹੀ ਏਕ ਰੂਪੰ ਤੂੰ ਹੀ ਰੂਪ ਨਾਨਾ, ਤੂੰ ਹੀ ਜੀਵ ਕਾ ਦੇ ਕਰੈ ਜੀਵ ਖਾਨਾ। ਕਰੀ ਸੇਵ ਹੇਰੋ ਕਰਾਮਾਤ ਦਾਨੀ, ਗੁਣਗ੍ਯੰ ਸਰਬਗ੍ਯੰ ਕ੍ਰਿਤਗ੍ਯੰ ਪ੍ਰਮਾਨੀ। ਅਮਾਨੰ ਸਮਾਨੰ ਸਮਾਨੰ ਬ੍ਰਿਤੀ ਹੈ, ਉਦਾਰੰ ਅਪਾਰੰ ਨਾ ਕੈਸੇ ਮਿਤੀ ਹੈ। ਤੂੰ ਹੀ ਦੀਨ ਬੰਧੂ ਦਇਆਵਾਨ ਦਾਤਾ, ਭਏ ਬੰਸ ਬੇਦੀਨ ਬੀਚੈ ਬਖਿਆਤਾ। ਪੁਨੰ ਅੰਗਦੰ ਰੂਪ ਹੋਏ ਗੁਸਾਈ, ਪਿਤਾ ਮੋਹਰੀ ਕੇ ਤ੍ਰਿਤੀ ਦੇਹ ਗਾਈ। ਗੁਰੂ ਰਾਮਦਾਸੰ ਪ੍ਰਕਾਸ਼ੇ ਬਹੋਰੇ, ਭਏ ਪੰਚਮੇ ਆਪ ਰੂਪੰ ਬਹੋਰੀ। ਸਦਾ ਸ਼ਾਂਤ ਚਿੱਤੰ ਛਿਮਾਵੰਤ ਧੀਰੰ, ਰਸੰ ਏਕ ਬ੍ਰਿਤੀ ਅਬੈਰੰ ਅਪੀਰੰ। ਜਨੰ ਸਤਿ ਨਾਮੰ ਕਿਰਪਾਠਾਨ ਦੀਨੰ, ਦੋ ਲੋਕ ਕੋ ਤਰਾਸ ਕੀਨੰ ਸੋਹੀਨੰ। ਲਖੈ ਨਾਹਿ ਤੋ ਕੋ ਭ੍ਰਮੰ ਧਾਰ ਮੂਡਾ, ਮਹਾ ਸੂਖਮੰ ਰੂਪ ਗਿਆ ਗੂੜ ਗੂੜਾ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ, ਨਮਸਤੰ 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 ਬੇਲੰਦੋ। ਸੁਦਾ ਬਾਕ ਬ੍ਰਕਤੰ ਸੋ ਚੰਦੈ ਮਨਿੰਦੋ, ਹਿਰਦੈ ਨਾਮ ਬਾਸੈ ਬਰੰਦ ਗੋਬਿੰਦੋ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਭਗਤ ਜੀ ਸਾਹਮਣੇ ਖਲੋ ਕੇ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਕਰ ਰਹੇ ਨੇ ਜੀ। ਪੜ੍ਹ ਲਓ ਤੁਸੀਂ ਵੀ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ, ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਹੇ ਆਨੰਦ ਸਰੂਪ ਗੁਰੂ ਅਰਜਨ ਦੇਵ ਮਹਾਰਾਜ, ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਹੀ ਜੈ ਹੋਵੇ, ਤੁਹਾਡੀ ਸਦਾ ਹੀ ਜੈ ਹੋਵੇ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ, ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ। ਅਗਲੀ ਪੰਕਤੀ ਕੀ ਕਹਿੰਦੇ ਆ? ਮਹਾਰਾਜ ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ। ਆਪਾਂ ਜਾਪ ਸਭ ਪੜ੍ਹਦੇ ਆ ਨਾ, ਕਿੰਨੀ ਵਾਰੀ ਨਮਸਤੰ ਸ਼ਬਦ ਆਉਂਦਾ, ਨਮੋ ਸ਼ਬਦ ਆਉਂਦਾ, ਨਮਸਤਸਤ ਸ਼ਬਦ ਆਉਂਦਾ। ਉਹਦਾ ਸਾਰਿਆਂ ਦਾ ਭਾਵ ਇਹ ਹੈ ਵੀ ਮਹਾਰਾਜ ਸਾਡੀ ਨਮਸਕਾਰ ਹੈ। ਨਮਸਤੰ ਅਰੂਪੇ, ਹੇ ਅਰੂਪੇ ਵਾਹਿਗੁਰੂ, ਤੁਹਾਡੇ ਚਰਨਾਂ 'ਚ ਸਾਡੀ ਨਮਸਕਾਰ ਹੈ। ਇੱਕ ਗੁਰਮੁਖ ਨਾ 2.5 ਘੰਟੇ ਲਾ ਕੇ ਜਾਪ ਸਾਹਿਬ ਦਾ ਪਾਠ ਕਰਦੇ ਸਨ ਜੀ। 2.5 ਘੰਟੇ ਲਾ ਕੇ। ਹਾਂਜੀ, ਕਿਵੇਂ ਕਰਦੇ ਸਨ? ਜਦੋਂ ਕਹਿਣਾ ਨਮਸਤੰ ਅਰੂਪੇ, ਉਦੋਂ ਹੱਥ ਜੋੜ ਕੇ ਨਮਸਕਾਰ ਕਰਨੀ ਜੀ ਉਹਨਾਂ ਨੇ। ਨਮਸਤੰ ਅਰੂਪੇ, ਨਮਸਕਾਰ ਕਰਨੀ ਜੀ। ਸੋ ਮਹਾਰਾਜ ਨੂੰ ਭਗਤ ਵੀ ਕਹਿ ਰਹੇ,
ਨਮਸਤੰ 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 ਬਿਲੰਦੋ 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 ਨਮਸਤੰ 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 ਬਿਲੰਦੋ। ਸੋ ਭਗਤ ਜਨ ਵਡਿਆਈ ਕਰਦੇ ਆ। ਸੁਦਾ ਬਾਕ ਬਖਤਰੰ ਸੋ ਚੰਦੈ ਮਿਨੰਦੋ ਹਿਰਦੈ ਰਾਮ ਬਾਸੈ ਬਰੰਦੈ ਗੋਬਿੰਦੋ। ਹਾਂਜੀ। ਦੋਹਰਾ ਇਮ ਅਸ਼ਟਕ ਭਗਤਨ ਭਨਿਓ ਪੜ੍ਹੈ ਜੋ ਨਿਤ ਕਰ ਪ੍ਰੇਮ। ਇਸ ਤਰੀਕੇ ਨਾਲ ਸਾਧ ਸੰਗਤ ਜੀ ਭਗਤਾਂ ਨੇ ਮਹਾਰਾਜ ਜੀ ਦੀ ਉਸਤਤੀ ਕੀਤੀ ਜੀ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ। ਰਾਮਸਰ ਸਾਰੇ ਭਗਤ ਆਏ। ਹੁਣ ਕਈ ਗੁਰਮੁਖ ਕੀ ਕਹਿੰਦੇ ਆ ਵੀ ਮਹਾਰਾਜ ਨਾ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਆ ਭਗਤਾਂ ਦੀ ਬਾਣੀ ਨਾਲ ਹੀ ਲੈ ਆਏ ਸਨ, ਪਰ ਗੁਰੂ ਅਰਜਨ ਸਾਹਿਬ ਆਪ ਪਰਮੇਸ਼ਰ ਨੇ ਤੋਂ ਭਗਤ ਮੁਕਤ ਹੋਏ ਨੇ। ਉਹ ਮਹਾਰਾਜ ਕੋ ਆਉਣਾ ਉਹਨਾਂ ਵਾਸਤੇ ਵੱਡੀ ਗੱਲ ਨਹੀਂ ਹੈ। ਉਹ ਆਏ ਨੇ ਸਰੀਰ ਕਰਕੇ ਆਏ ਮਹਾਰਾਜ ਜੀ ਦੇ ਕੋਲ। ਭਾਵ ਸਰੀਰ ਕਰਕੇ ਦਾ ਭਾਵ ਇਸ ਤਰ੍ਹਾਂ ਵੀ ਸੂਖਮ ਰੂਪ ਵਿੱਚ ਮਹਾਰਾਜ ਦੇ ਕੋਲ ਆਏ, ਪਰ ਆਏ ਆਪ ਨੇ ਜੀ। ਉਹ ਕਿੰਨੀ ਉਸਤਤ ਕਰ ਰਹੇ ਨੇ ਉਹ। ਹਾਂਜੀ। ਸੁਤ ਬਿਤਾਦ ਮਨ ਬਾਂਸ਼ ਤੇ ਪਾਵੈ ਹੈ ਜਨ ਸੁਤ ਸ਼ੇਖੇ। ਕਵੀ ਸੰਤੋਖ ਸਿੰਘ ਜੀ ਕਹਿੰਦੇ ਸਾਧ ਸੰਗਤ ਜੀ ਜਿਹੜਾ ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਕਰਦਾ ਹੈ ਨਾ, ਉਹ ਜੋ ਮੰਗੇ ਉਹਨੂੰ ਮਿਲਦਾ ਹੈ, ਅਖੀਰ ਤੇ ਮੁਕਤੀ ਵੀ ਮਿਲ ਜਾਂਦੀ ਹੈ। ਸੋ ਮਹਾਰਾਜ ਜੀ ਕਿਰਪਾ ਕਰਨ। ਇਹਦੇ ਤੋਂ ਅੱਗੇ ਪ੍ਰਸੰਗ ਕੱਲ ਨੂੰ ਸਰਵਣ ਕਰਾਂਗੇ। ਅਜੇ ਭਗਤਾਂ ਨੇ ਆਪਣੇ ਨਾਮ ਦੱਸਣੇ ਆ। ਮਹਾਰਾਜ ਮਹਾਰਾਜ ਮੇਰਾ ਇਹ ਨਾਮ ਹੈ, ਮੇਰਾ ਇਹ ਨਾਮ ਹੈ, ਇਹ ਨਾਮ ਹੈ, ਇਹ ਨਾਮ ਹੈ। ਸੋ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ ਪ੍ਰੇਮ ਨਾਲ ਪੰਕਤੀ ਪੜੋ ਫਿਰ ਖਿਮਾ ਮੰਗੀਏ। ਸਤਿਗੁਰ ਦੇਓ ਪਰਤਖ ਹਰਮੂ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਸਤਿਗੁਰ ਦੇਓ ਪਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਪਹਿਲਾਂ ਅਸੀਂ ਦੋਵੇਂ ਫਿਰ ਸਿੰਘ ਫਿਰ ਮਾਤਾ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ। ਸਤਿਗੁਰ ਦੇਓ ਜੋ ਸਤਿਗੁਰ ਦੇਓ ਜੋ ਸੁਣਾਵੇ, ਜੋ ਅੰਮ੍ਰਿਤ। ਆਓ ਸਾਰੇ ਇਕੱਠੇ। ਸਤਿਗੁਰ ਦੇਓ ਪਰਤਖ ਹਰ ਮੂਰਤ, ਸਤਿਗੁਰ ਦੇਓ ਪਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ, ਜੋ ਅੰਮ੍ਰਿਤ ਬਚਨ ਸੁਣਾਵੇ।
ਸੱਚੇ ਪਾਤਸ਼ਾਹ ਮਿਹਰਾਂ ਕਰਨ, ਸਾਨੂੰ ਸਾਰਿਆਂ ਨੂੰ ਭਰੋਸਾ ਬੱਝੇ, ਆਪਣੇ ਗੁਰੂ ਜੀ ਤੇ ਸ਼ਰਧਾ ਬੱਝੇ। ਕਿਵੇਂ ਭਗਤ ਆ ਕੇ ਗੁਰੂ ਜੀ ਨੂੰ ਵਡਿਆ ਰਹੇ ਨੇ। ਹੇ ਮਹਾਰਾਜ, ਅਸੀਂ ਤੁਹਾਡਾ ਹੀ ਨਾਮ ਜਪਦੇ ਰਹੇ ਹਾਂ। ਮਹਾਰਾਜ ਤੁਸੀਂ ਹੋ ਸੱਚੇ ਪਾਤਸ਼ਾਹ, ਜੁਗਾਂ ਜੁਗਾਂ ਤੱਕ। ਹਾਂਜੀ, ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਅੱਗੋਂ ਫਿਰ ਕਿਹੜੇ ਕਿਹੜੇ ਭਗਤ ਆਏ ਹਨ, ਉਹਨਾਂ ਦੇ ਨਾਮ ਕੱਲ ਨੂੰ ਪਤਾ ਲੱਗਣਗੇ। ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।